ਜੀ ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਜਗ ਔਰ ਨਾ ਯਾਹੇ ਮਹਾਤਮ ਮੈਂ, ਅਵਤਾਰ ਉਜਾਗਰ ਆਨ ਕੀਓ। ਤਿਨ ਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਧਤ ਤੇ ਮਤ ਚੂਕੈ ਹਰੇ ਮਨ, ਭੇਦ ਬਭੇਦ ਨਾ ਜਾਣ ਬਿਓ। ਪਰ ਤਛ ਹਿਰਦੈ ਗੁਰ ਅਰਜੁਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਮਹੱਲਾ ਨਾਵਾਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਆਪ ਸਰਬੱਤ ਸੰਗਤਾਂ ਆਪਣੇ ਕੀਮਤੀ ਸਵਾਸ ਹਜੂਰ ਦੀ ਗੋਦ ਵਿੱਚ ਬੈਠ ਕੇ ਬਤੀਤ ਕਰ ਰਹੇ ਹੋ, ਲੇਖੇ ਵਿੱਚ ਲਾ ਰਹੇ ਹੋ। ਹਜੂਰ ਤਰੁੱਠੇ ਹਨ ਅੱਜ ਸਾਡੇ ਤੇ, ਮਹਾਰਾਜ ਜੀ ਮਿਹਰ ਕਰਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਜਿਸ ਤਰ੍ਹਾਂ ਸਾਧ ਸੰਗਤ ਜੀ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਜਿਸ ਨੂੰ ਤੱਕਦਿਆਂ ਹੀ ਹਿਰਦੇ ਵਿੱਚ ਆਨੰਦ ਪ੍ਰਗਟ ਹੋ ਜਾਵੇ, ਹਜੂਰ ਦੇ ਦਰਸ਼ਨ ਕਰਦਿਆਂ ਹੀ, ਹਜੂਰ ਕਹਿੰਦੇ ਹਨ ਸਤਿਗੁਰੂ ਉਸ ਨੂੰ ਕਿਹਾ ਜਾਂਦਾ ਹੈ ਕਿ ਗੁਰਸਿੱਖਾਂ ਦੇ ਹਿਰਦੇ ਹਜੂਰ ਦੇ ਦਰਸ਼ਨ ਕਰਦਿਆਂ ਕਮਲ ਫੁੱਲ ਦੀ ਨਿਆਈ ਖਿੜ ਜਾਣ। ਹਜੂਰ ਕਹਿੰਦੇ ਹਨ ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਕਿ ਜਿੰਨੀਆਂ ਵੀ ਮਨ ਦੀਆਂ ਦੁਬਿਧਾ ਹਨ, ਸਭ ਵਿਸਰ ਜਾਂਦੀਆਂ ਹਨ ਤੇ ਗੁਰਸਿੱਖ ਇੱਕ ਟੱਕ ਹਜੂਰ ਦੇ ਦਰਸ਼ਨ ਕਰਦੇ ਹਨ। ਕਿ ਕਲਯੁਗ ਦੇ ਵਿੱਚ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ,
ਰਾਮ ਰਗਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਥਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦਿਓ, ਕਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲ ਯੁਗ ਦੇ ਵਿੱਚ ਜੋ ਭਾਰੀ ਪ੍ਰਤਾਪ ਦੇ ਸਹਿਤ ਹਜੂਰ ਤਖਤ ਤੇ ਸੱਜ ਬੈਠੇ ਹਨ ਤੇ ਗੁਰਸਿੱਖ ਕਥਾ ਸ਼ਰਵਣ ਕਰਨ ਵਾਸਤੇ ਆਪਣੇ ਮਨ ਜੋੜ ਕੇ ਬੈਠ ਗਏ ਹਨ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਭਗਤ ਕਬੀਰ ਜੀ ਫਰਮਾਉਂਦੇ ਹਨ, ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੀ ਜਾਏ, ਕਿ ਹਰ ਰੋਜ਼ ਸੋਚਦਾ ਹੈ ਬੰਦਾ ਅੱਜ ਸਤ ਸੰਗਤ ਵਿੱਚ ਜਾ ਕੇ ਬੈਠਾਂਗਾ, ਕੁਝ ਘੜੀਆਂ ਲੇਖੇ ਵਿੱਚ ਲਾਵਾਂਗਾ। ਪਰ ਭਗਤ ਕਬੀਰ ਜੀ ਕਹਿੰਦੇ ਹਨ, ਇਸੇ ਤਰ੍ਹਾਂ ਟਾਲਦੇ ਟੋਲਦੇ ਦਿਨ ਲੰਘ ਜਾਂਦਾ ਹੈ, ਸ਼ਾਮ ਪੈ ਜਾਂਦੀ ਹੈ, ਰਾਤ ਨੂੰ ਸੋਚਦਾ ਹੈ ਬਹਿ ਕੇ ਅੱਜ ਦਾ ਦਿਨ ਤਾਂ ਫਿਰ ਕੰਮਾਂ ਧੰਦਿਆਂ ਵਿੱਚ ਹੀ ਲੰਘ ਗਿਆ। ਮਣਾ ਸੋਚਦਾ ਸਾਂ ਕਿ ਅੰਮ੍ਰਿਤ ਵੇਲੇ ਉੱਠਾਂਗਾ, ਰਾਤ ਦੇ ਤਾਂ 12 ਵੱਜ ਗਏ ਨੇ, ਅੰਮ੍ਰਿਤ ਵੇਲੇ ਕਿੱਦਾਂ ਉੱਠਾਂਗਾ, ਕੱਲ ਤੋਂ ਪਲਾਨ ਬਣਾਵਾਂਗੇ। ਹਜੂਰ ਕਹਿੰਦੇ ਹਨ, ਕੱਲ ਤੋਂ ਨਹੀਂ, ਮਨ ਕੀ ਮਨ ਹੀ ਮਾਹੇ ਰਹੀ, ਮਨ ਦੀਆਂ ਗੱਲਾਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ। ਤੂੰ ਅੱਜ ਤੋਂ ਹੀ ਭਾਵ, ਜੇ ਤੈਨੂੰ ਹਜੂਰ ਨੇ ਸ਼ਰਨ ਵਿੱਚ ਲੈ ਆਂਦਾ ਹੈ, ਕੱਲ ਨੂੰ ਉੱਠਿਆ ਕਰ, ਕਿਉਂਕਿ ਜਿਸ ਤਰ੍ਹਾਂ ਜੋ ਸਵਾਸਾਂ ਦੀ ਪੂੰਜੀ ਹਜੂਰ ਨੇ ਬਖਸ਼ੀ ਹੈ, ਇਹ ਵਿਆਜ ਵਧੀ ਜਾਂਦੀ ਹੈ। ਸਾਧ ਸੰਗਤ ਜੀ, ਜੇ ਕਿਸੇ ਤੋਂ ਪੈਸਾ ਲਿਆ ਹੋਵੇ ਤੇ ਕੰਮ ਵੀ ਨਾ ਕਰੀਏ, ਮੂਲ ਨਾਲੋਂ ਕਦੇ ਵਿਆਜ ਵੀ ਵੱਧ ਜਾਇਆ ਕਰਦੀ ਹੈ। ਮੂਲ ਤਾਂ ਕਿੱਥੇ ਲਾਉਣਾ ਸੀ, ਵਿਆਜ ਹੀ ਨਹੀਂ ਲੈਂਦੀ। ਕਬੀਰ ਜੀ ਕਹਿੰਦੇ ਨੇ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚਿਓ ਆਏ, ਭਾਵ ਨਾ ਹੀ ਤੂੰ ਭਜਨ ਕੀਤਾ ਹੈ, ਜਿਹੜੇ ਸਵਾਸ ਤੂੰ ਉਧਾਰੇ ਲਏ ਸੀ ਲੇਖੇ ਵਿੱਚ ਵੀ ਨਾ ਲੱਗੇ, ਉਹਨੇ ਚਿਰ ਨੂੰ ਕਾਲ ਤੇਰੇ ਸੀਸ ਤੇ ਆ ਕੇ ਬਹਿ ਜਾਂਦਾ ਹੈ। ਤਾਂ ਸਾਧ ਸੰਗਤ ਜੀ, ਜਿਸ ਤਰ੍ਹਾਂ ਹਜੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਆਜ ਹੀ ਆਜ ਸਮੇਂ ਜੋ ਬੀਤਿਓ, ਨਹਿ ਕਾਜ ਸਰਿਓ ਕਛ ਲਾਜ ਨਾ ਆਈ। ਮਹਾਰਾਜ ਜੀ ਕਹਿੰਦੇ ਹਨ, ਦੇਖ ਹੁਣੇ ਹੁਣੇ ਸਮਾਂ ਲੰਘਦਾ ਜਾ ਰਿਹਾ ਹੈ, ਤੇਰਾ ਕੁਝ ਵੀ ਕਾਰਜ ਸਿੱਧ ਨਹੀਂ ਹੋ ਰਿਹਾ, ਦੇਖ ਤੈਨੂੰ ਸ਼ਰਮ ਵੀ ਨਹੀਂ ਆ ਰਹੀ। ਸ੍ਰੀ ਭਗਵੰਤ ਭਜਿਓ ਨਾ ਅਰੇ ਜੜ, ਐਸੇ ਹੀ ਐਸ ਸੋ ਬੈਸ ਬਤਾਈ, ਨਾ ਹੀ ਤੂੰ ਕਾਲ ਪੁਰਖ ਵਾਹਿਗੁਰੂ ਦਾ ਭਜਨ ਕੀਤਾ ਹੈ। ਇਸੇ ਤਰ੍ਹਾਂ ਦੇਖ ਤੇਰੀ ਉਮਰ ਲੰਘਦੀ ਜਾਰੀ ਹੈ, ਕਾਲ ਗਇਓ ਇਨ ਕਾਮਨ ਸਿਉ ਜੜ, ਕਾਲ ਕਿਰਪਾਲ ਹੀਏ ਨਾ ਚਿਤਾਰਿਓ। ਕੱਲ ਵੀ ਤੇਰਾ ਇਹਨਾਂ ਸਮਿਆਂ ਵਿੱਚ ਹੀ ਲੰਘ ਗਿਆ ਕੰਮ ਕਰਦੇ, ਪਰ ਜੋ ਕਿਰਪਾਲੂ ਪਿਤਾ ਹੈ, ਤੂੰ ਕਦੇ ਹਿਰਦੇ ਵਿੱਚ ਉਸ ਬਾਰੇ ਵਿਚਾਰ ਹੀ ਨਹੀਂ ਕੀਤੀ। ਲਾਜ ਕੋ ਛਾੜ ਨਿਰਲਾਜ ਅਰੇ, ਤਜ ਕਾਜ ਅਕਾਜ ਕੋ ਕਾਜ ਸਵਾਰਿਓ। ਬੇਸ਼ਰਮ ਹੋ ਕੇ, ਲੱਜਾ ਤੋਂ ਬਿਨਾ ਹੋ ਕੇ ਹਜੂਰ ਫਰਮਾਉਂਦੇ ਹਨ, ਜਿਹੜੇ ਨਾ ਕੀਤੇ ਜਾਣ ਵਾਲੇ ਕੰਮ ਹਨ, ਬੜਾ ਉਹਨੂੰ ਚੌੜਾ ਹੋ ਕੇ ਕਰਦਾ ਹੈ, ਪਰ ਜੋ ਕਰਨ ਵਾਲਾ ਕੰਮ ਸੀ ਉਹ ਤਾਂ ਤੂੰ ਛੱਡ ਦਿੱਤਾ ਹੈ। ਬਾਜ ਬਨੇ ਗਜ ਰਾਜ ਬੜੇ, ਖਰ ਕੋ ਚੜਬੋ ਚਿਤ ਬੀਚ ਵਿਚਾਰਿਓ। ਮਹਾਰਾਜ ਜੀ ਕਹਿੰਦੇ ਹਨ, ਤੇਰੇ ਲਈ ਸਮੁੰਦਰੀ ਘੋੜੇ ਸੋਹਣੇ ਹਾਥੀ ਸ਼ਿੰਗਾਰ ਕੇ ਖਲਾਏ ਸੀ, ਪਰ ਤੂੰ ਤਾਂ ਮਨ ਵਿੱਚ ਖੋਤੇ ਦੀ ਸਵਾਰੀ ਕਰਨ ਬਾਰੇ ਸੋਚਿਆ ਹੈ। ਭਾਵ ਤੈਨੂੰ ਨਾਮ ਸਿਮਰਨ ਵਿੱਚ ਤੈਨੂੰ ਇਸ ਦੇਹਾ ਦਿੱਤੀ ਸੀ, ਪਰ ਤੂੰ ਵਿਕਾਰਾਂ ਦੀ ਸਵਾਰੀ ਕਰੀ ਜਾਂਦਾ ਹੈ। ਹਜੂਰ ਕਹਿੰਦੇ ਹਨ, ਸ੍ਰੀ ਭਗਵੰਤ ਭਜਿਓ ਨਾ ਅਰੇ ਜੜ, ਲਾਜ ਹੀ ਲਾਜ ਤੈ ਕਾਜ ਬਿਗਾਰਿਓ। ਕਿ ਕਾਲ ਪੁਰਖ ਵਾਹਿਗੁਰੂ ਦਾ ਤੂੰ ਭਜਨ ਨਹੀਂ ਕੀਤਾ ਤੇ ਸ਼ਰਮ ਸ਼ਰਮ ਵਿੱਚ ਤੂੰ ਕੰਮ ਵਿਗਾੜੀ ਜਾਂਦਾ ਹੈ। ਤਾਂ ਆਓ ਸਾਧ ਸੰਗਤ ਜੀ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਮਹਾਰਾਜ ਜੀਆਂ ਨੇ ਕਿਸੇ ਆਮ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਆਖਿਆ। ਹਜੂਰ ਨੇ ਆਖਿਆ ਜੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੋਵੇ, ਉਹ ਵੀ ਮਹਾਰਾਜ ਜੀ ਕਹਿੰਦੇ ਹਨ, ਜੇ ਨਾਮ ਨਹੀਂ ਨਾ ਜਪਦਾ ਦੁਖੀਆ ਹੈ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਮਹਾਰਾਜ ਜੀ ਕਹਿੰਦੇ ਹਨ, ਸਾਰਾ ਸੰਸਾਰ ਦੇਖ ਲਿਆ ਹੈ, ਨਾਮ ਤੋਂ ਬਿਨਾ ਕਿਤੇ ਸੁਖ ਨਹੀਂ ਹੈਗਾ। ਆਓ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੱਲ ਹਜੂਰ ਦੇ ਸੋਰਠ ਰਾਗ ਵਿੱਚ ਹਜੂਰ ਨੇ ਜੋ 12 ਸ਼ਬਦ ਉਚਾਰੇ ਸੀ, ਉਹਨਾਂ ਦੀ ਸਾਧ ਸੰਗਤ ਜੀ ਆਪ ਜੀਆਂ ਨੇ ਬੜੇ ਹੀ ਪ੍ਰੇਮ ਸਹਿਤ ਕਥਾ ਸ਼ਰਵਣ ਕੀਤੀ ਸੀ। ਅੱਜ ਧਨਾਸਰੀ ਰਾਗ ਵਿੱਚ ਜਿਸ ਤਰ੍ਹਾਂ ਹਜੂਰ ਸ਼ਬਦ ਉਚਾਰਨ ਕਰ ਰਹੇ ਹਨ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਓ ਸਾਧ ਸੰਗਤ ਜੀ ਰਸਨਾ ਨੂੰ ਕਰੀਏ ਪਵਿੱਤਰ, ਇਸ ਦੇਹੀ ਦੇ ਕਲਿਆਣ ਵਾਸਤੇ ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਪ੍ਰਮਾਤਮਾ ਇੱਕ ਹੈ, ਓੰਕਾਰ ਜਿਸ ਤੋਂ ਸਭ ਕੁਝ ਪੈਦਾ ਹੁੰਦਾ ਹੈ, ਜੋ ਸਭ ਨੂੰ ਰਿਜ਼ਕ ਦਿੰਦਾ ਹੈ ਅਤੇ ਜੋ ਸਭ ਦੀ ਲੈਤਾ ਕਰਦਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ। ਤਨਾਸਰੀ ਮਹੱਲਾ ਨਾਵਾਂ। ਜਿਸ ਸਮੇਂ ਸਾਧ ਸੰਗਤ ਜੀ ਕਾਂਚੀਪੁਰੀ ਬਨਾਰਸ ਵਿਖੇ ਹੁਣ ਹਜੂਰ ਪੁੱਜੇ ਹਨ ਅਤੇ ਸਾਧ ਸੰਗਤ ਜੀ ਹਜੂਰ ਦੇ ਦਰਸ਼ਨਾਂ ਕਰਨ ਵਾਸਤੇ ਪੁਰਬ ਲੱਗ ਗਏ ਹਨ ਸੰਗਤਾਂ ਦੇ। ਬੜੀਆਂ ਬੜੀਆਂ ਮਤਾਂ ਦੇ ਸਾਧੂ ਮਹਾਤਮਾ ਹਜੂਰ ਪਾਸ ਆਉਂਦੇ ਨੇ। ਹੁਣ ਇੱਕ ਬਨ ਪ੍ਰਸਤੀ ਹੈ ਜੋ ਕਹਿੰਦੇ ਹਨ ਕਿ ਜੰਗਲ ਵਿੱਚ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਨ ਕਿ ਮਹਾਰਾਜ ਜੀ ਜੰਗਲ ਵਿੱਚ ਜਾਣ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਹਜੂਰ ਅੱਗੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਮਨ ਦੀ ਹਾਲਤ ਦੱਸੀ, ਕਿਉਂਕਿ ਉਹ ਸੋਚਦੇ ਸਨ ਕਿ ਜੰਗਲ ਵਿੱਚ ਰਹਿਣ ਨਾਲ ਇਸ ਸੰਸਾਰ ਨੂੰ ਛੱਡਣ ਨਾਲ ਮੁਕਤੀ ਮਿਲ ਜਾਂਦੀ ਹੈ, ਪ੍ਰਾਪਤੀ ਹੋ ਜਾਂਦੀ ਹੈ। ਜਿਸ ਤਰ੍ਹਾਂ ਗੁਰਸਿੱਖ ਸੰਗਤਾਂ ਸੱਜ ਬੈਠੀਆਂ ਹਨ, ਮਹਾਰਾਜ ਜੀ ਅੱਜ ਕਾਂਚੀਪੁਰੀ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਹਜੂਰ ਮਹਾਰਾਜ ਜੀ ਆਪਣੇ ਮੁਖ ਤੋਂ ਧਨਾਸਰੀ ਰਾਗ ਵਿੱਚ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਸਿੱਖਾਂ ਤੇ ਕਿਰਪਾ ਕਰ ਰਹੇ ਹਨ। ਕਾਹੇ ਰੇ ਬਨ ਖੋਜਨ ਜਾਈ। ਮਹਾਰਾਜ ਜੀ ਫਰਮਾਉਂਦੇ ਹਨ ਕਾਹੇ ਰੇ ਬਨ ਖੋਜਣ ਜਾਈ, ਕਿ ਕਾਦੇ ਵਾਸਤੇ ਹੇ ਗੁਰਸਿੱਖੋ, ਹੇ ਸਾਧੂ ਮਹਾਤਮੋ, ਜੰਗਲ ਖੋਜਣ ਵਾਸਤੇ ਜਾਣਾ ਹੈ। ਸਰਬ ਨਿਵਾਸੀ ਸਦਾ ਅਲੇਪਾ। ਜੋ ਸਾਰਿਆਂ ਦੇ ਵਿੱਚ ਨਿਵਾਸ ਕਰ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ। ਦੇਖ ਘਟਾਂ ਘਟਾਂ ਵਿੱਚ ਉਸ ਦਾ ਤੇਜ ਪ੍ਰਤਾਪ ਛਾਇਆ ਹੋਇਆ ਹੈ ਵਾਹਿਗੁਰੂ ਦਾ, ਜੋ ਤੇਰੇ ਵਿੱਚ ਵਸ ਰਿਹਾ ਹੈ, ਤੁਹਾਡੇ ਵਿੱਚ। ਉਹੀ ਸੰਗ ਸਮਾਈ। ਉਹ ਦੇਖ ਤੇਰੇ ਅੰਦਰ ਹੀ ਸਮਾ ਰਿਹਾ ਹੈ। ਜੰਗਲ ਵਿੱਚ ਢੂੰਡਣ ਨੂੰ ਕਿਹਦੇ ਵਾਸਤੇ ਜਾਣਾ ਹੈ? ਜਿਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀ ਕਿਰਪਾ ਕਰਨ, ਜਿਸ ਤਰ੍ਹਾਂ ਭਗਤ ਕਬੀਰ ਜੀਆਂ ਪਾਸ 4 ਅਲੱਗ-ਅਲੱਗ ਮਤਾਂ ਦੇ ਸਾਧੂ ਆਉਂਦੇ ਨੇ। ਜੋ ਪਹਿਲਾ ਹੈ ਉਹ ਕਹਿੰਦਾ ਹੈ ਮਹਾਰਾਜ ਜੀ ਤੁਸੀਂ ਦੱਸੋ, ਕਿਉਂਕਿ ਕਬੀਰ ਜੀ ਦਾ ਭਾਰੀ ਪ੍ਰਤਾਪ ਫੈਲ ਗਿਆ ਸੀ ਤੇ ਜਿਸ ਸਮੇਂ ਆਏ ਪੁੱਛਦੇ ਹਨ, ਪਹਿਲਾਂ ਦੇ ਨਗਨ ਰਹਿੰਦੇ ਸੀ ਕਿ ਭਾਵ ਤਨ ਤੇ ਬਸਤਰ ਨਾ ਸੀ ਪਹਿਣਿਆ ਕਰਦੇ। ਉਹਨਾਂ ਨੇ ਪੁੱਛਿਆ ਕਿ ਕਬੀਰ ਜੀ ਕਿ ਨਾ ਵਸਤਰ ਪਾਉਣ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਅਤੇ ਦੂਸਰੇ ਨੇ ਕਿਹਾ ਸੀ ਕਿ ਤਨ ਤੇ ਚੰਮ ਲਵੇਟਣ ਨਾਲ, ਅਤੇ ਜੋ ਤੀਸਰਾ ਸੀ ਉਸਨੇ ਕਿਹਾ ਕਿ ਜੇ ਸਿਰ ਮੁੰਨ ਦਿੱਤਾ ਜਾਵੇ ਤਾਂ ਸਿੱਧੀ ਭਾਵ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਤੇ ਜੋ ਚੌਥਾ ਸੀ ਉਹ ਕਹਿੰਦਾ ਸੀ ਜਤ ਰੱਖਣ ਨਾਲ, ਭਾਵ ਜਤ ਸਤ ਵਿੱਚ ਜੇ ਪ੍ਰਪੱਖ ਰਹੀਏ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਸਮੇਂ ਭਗਤ ਜੀਆਂ ਨੇ ਫਰਮਾਇਆ ਸੀ, ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਭਗਤ ਜੀ ਕਹਿੰਦੇ ਹਨ ਕਿ ਜੇ ਨਗਨ ਫਿਰਨ ਨਾਲ ਭਾਵ ਜੋਗ, ਭਾਵ ਜੇ ਜੁੜਿਆ ਜਾਵੇ ਅਕਾਲ ਪੁਰਖ ਵਾਹਿਗੁਰੂ ਨਾਲ ਸਰੀਰ ਤੋਂ ਬਸਤਰ ਉਤਾਰ ਕੇ, ਤਾਂ ਕਹਿੰਦੇ ਹਨ ਸਾਰੇ ਆ ਮੋਰ ਪੰਛੀ ਜਿਹੜੇ ਜੰਗਲ ਵਿੱਚ ਹਿਰਨ ਹਨ ਸਭ ਮੁਕਤ ਹੋ ਜਾਣੇ ਸੀ, ਕਿਉਂਕਿ ਉਹ ਕਿਹੜਾ ਕੱਪੜੇ ਪਾਉਂਦੇ ਨੇ। ਇਸੇ ਤਰ੍ਹਾਂ ਦੂਸਰੇ ਨੂੰ ਕਿਆ ਨਾਗੇ ਕਿਆ ਬਾਂਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਭਗਤ ਜੀ ਫਰਮਾਉਂਦੇ ਹਨ ਕਿ ਚਾਹੇ ਨੰਗੇ ਹੋ ਜਾਵੋ, ਭਾਵ ਜੋ ਉਹਨਾਂ ਦਾ ਮਤ ਹੈ ਨਾਗੇ ਸਾਧੂਆਂ ਦਾ, ਚਾਹੇ ਚੰਮ ਲਵੇਟ ਲਵੋ ਸਰੀਰ ਦੇ ਉੱਪਰ। ਤਾਂ ਭਗਤ ਜੀਆਂ ਨੇ ਫਰਮਾਇਆ ਸੀ ਜਿੰਨਾ ਚਿਰ ਹਿਰਦੇ ਦੇ ਵਿੱਚ ਮਹਾਰਾਜ ਜੀਆਂ ਦਾ ਪ੍ਰੇਮ ਨਾ ਉਪਜਦਾ, ਉਹਨਾਂ ਚਿਰ ਕੁਝ ਵੀ ਸਾਧਨ ਕਰ ਲਵੋ ਸਭ ਨਿਸਫਲ ਹਨ। ਅਤੇ ਤੀਸਰੇ ਦੇ ਪਰਥਾਏ ਜਿਸ ਤਰ੍ਹਾਂ ਰਹਾਉ ਦੀਆਂ ਪੰਕਤੀਆਂ ਤੋਂ ਬਾਅਦ ਫਰਮਾਇਆ ਸੀ, ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕਹਿੰਦੇ ਹਨ ਜੇ ਮੂੰਹ ਸਿਰ ਮੁੰਨਣ ਦੇ ਨਾਲ
ਭਾਵ ਕੇਸ ਮੁੰਨਣ ਨਾਲ ਸਮਝਦੇ ਹਨ ਕਿ ਮੁਕਤੀ ਪ੍ਰਾਪਤ ਹੁੰਦੀ ਹੈ, ਸਿੱਧੀ ਪ੍ਰਾਪਤ ਹੁੰਦੀ ਹੈ। ਤਾਂ ਭਗਤ ਜੀ ਕਹਿੰਦੇ ਸਨ ਜਿਹੜੀਆਂ ਭੇਡਾਂ ਨੇ ਇਹ ਕਿਉਂ ਨਾ ਮੁਕਤ ਹੋ ਗਈਆਂ, ਕਿਉਂਕਿ ਦੂਜੇ ਤੀਜੇ ਦਿਨ ਹੀ ਉਹਨਾਂ ਨੂੰ ਮੁੰਨ ਦਿੱਤਾ ਜਾਂਦਾ ਹੈ। ਕਹਿੰਦੇ ਹਨ ਸਭ ਭੇਡਾਂ ਮੁਕਤ ਹੋ ਜਾਣੀਆਂ ਸੀ। ਫਿਰ ਕਹਿੰਦੇ ਹਨ ਬਿੰਦ ਰਾਖੇ ਜੋ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਹੋ ਕਬੀਰ ਸੁਨੋ ਨਰ ਭਾਈ, RAM ਨਾਮ ਬਿਨ ਕਿਨ ਗਤ ਪਾਈ। ਕਹਿੰਦੇ ਹਨ ਸੰਸਾਰ ਦੇ ਲੋਕੋ ਡੰਕੇ ਦੀ ਚੋਟ ਤੇ ਭਗਤ ਜੀ ਕਹਿ ਰਹੇ ਹਨ ਕਿ RAM ਦੇ ਨਾਮ ਤੋਂ ਬਿਨਾ ਕਿਨੇ ਮੁਕਤੀ ਪਾਈ ਹੈ, ਭਾਵ ਕਿਸੇ ਨੇ ਵੀ ਨਹੀਂ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਮਹਾਰਾਜ ਜੀ ਫਰਮਾ ਰਹੇ ਹਨ ਕਾਹੇ ਰੇ ਬਨ ਖੋਜਣ ਜਾਈ, ਕਿ ਜੰਗਲ ਨੂੰ ਖੋਜਣ ਵਾਸਤੇ ਕੀ ਫਾਇਦਾ ਹੈ ਜੇ ਹਿਰਦੇ ਦੇ ਵਿੱਚ ਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਨਾ ਵਸਿਆ। ਰਹਾਉ ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਬਾਜਾਂ ਵਾਲੇ ਪਿਤਾ ਜੀ ਜਿਸ ਤਰ੍ਹਾਂ ਫਰਮਾਉਂਦੇ ਹਨ 17 ਸਹਿ 45 ਮੈਂ ਸਾਵਣ ਸੁਧ ਥਿਤ ਦੀਪ, ਨਗਰ ਪਾਵਟਾ ਸੁਧ ਕਰੀ ਯਮੁਨਾ ਬਹਿ ਸਮੀਪ। ਜਿਸ ਤਰ੍ਹਾਂ ਹਜੂਰ ਨੇ ਉੱਥੇ ਅਕਾਲ ਉਸਤਤ ਦੀ ਹਜੂਰ ਨੇ ਮਹਾਰਾਜ ਜੀਆਂ ਨੇ ਅਕਾਲ ਦੀ ਉਸਤਤੀ ਕੀਤੀ ਹੈ, ਮਹਾਰਾਜ ਜੀਆਂ ਨੇ ਉੱਥੇ ਗੁਰਬਾਣੀ ਉਚਾਰਨ ਕੀਤੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਯਮੁਨਾ ਦੇ ਕੰਢੇ ਤੇ ਬੈਠੇ ਹਜੂਰ ਜਿਸ ਸਮੇਂ ਬਾਣੀ ਉਚਾਰਦੇ ਸਨ, ਅੱਜ ਵੀ ਪਾਉਂਟਾ ਸਾਹਿਬ ਜੀਆਂ ਦੀ ਧਰਤੀ ਤੇ ਜਾਈਏ ਤਾਂ ਉੱਥੋਂ ਦੀ ਯਮੁਨਾ ਐ ਸ਼ਾਂਤ ਹੋ ਕੇ ਵਗਦੀ ਹੈ। ਉਸ ਤੋਂ 1 ਕਿਲੋਮੀਟਰ ਪਿੱਛੇ ਵੀ ਯਮੁਨਾ ਦਾ ਜੋ ਜਲ ਹੈ ਭਾਰੀ ਸ਼ੋਰ ਕਰਦਾ ਹੈ, ਤੇ 1 ਕਿਲੋਮੀਟਰ ਅੱਗੇ ਵੀ ਜਿਸ ਸਮੇਂ ਹਜੂਰ ਬਾਣੀ ਉਚਾਰਨ ਲੱਗੇ ਯਮੁਨਾ ਸ਼ੋਰ ਕਰਦੀ ਸੀ। ਹਜੂਰ ਨੇ ਕਿਹਾ ਯਮੁਨਾ ਸ਼ਾਂਤ ਹੋ ਜਾ। ਅੱਜ ਤਿੱਕਰ ਉੱਥੋਂ ਯਮੁਨਾ ਐ ਸ਼ਾਂਤ ਵਗਦੀ ਹੈ। ਜਿਨ੍ਹਾਂ ਗੁਰਸਿੱਖਾਂ ਨੇ ਦਰਸ਼ਨ ਕੀਤੇ ਹੋਣ ਉਸ ਜਗ੍ਹਾ ਤੇ ਭਾਈ ਮਣੀ ਸਿੰਘ ਜੀਆਂ ਨੂੰ ਲਿਖਾਰੀ ਲਾ ਕੇ ਜਿਸ ਸਮੇਂ ਮਹਾਰਾਜ ਜੀ ਜਿਸ ਤਰ੍ਹਾਂ ਬਚਨ ਆ ਰਹੇ ਹਨ ਕਿ ਹਰੇਕ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ, ਮਹਾਰਾਜ ਜੀਆਂ ਨੇ ਬਚਨ ਉਚਾਰਨ ਕੀਤੇ ਜਲਸ ਤੁਹੀਂ ਥਲਸ ਤੁਹੀਂ, ਭਾਵ ਜਲਾਂ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਹੀ ਤੇਜ ਪ੍ਰਤਾਪ ਫੈਲ ਰਿਹਾ ਹੈ, ਥਲਾਂ ਦੇ ਵਿੱਚ ਵੀ ਤੁਸੀਂ ਹੀ ਵਸ ਰਹੇ ਹੋ। ਜਿਸ ਤਰ੍ਹਾਂ ਹਜੂਰ ਨੇ ਕਿਹਾ ਸੀ ਜ਼ਮੀਨ ਤੁਹੀਂ ਜ਼ਮਾ ਤੁਹੀਂ, ਧਰਤੀ ਦੇ ਵਿੱਚ ਵੀ ਮਹਾਰਾਜ ਜੀ ਤੁਸੀਂ ਵਸ ਰਹੇ ਹੋ, ਆਕਾਸ਼ ਵਿੱਚ ਵੀ ਤੁਸੀਂ ਵਸ ਰਹੇ ਹੋ, ਮੱਕੀ ਤੁਹੀਂ ਮੱਕਾ ਤੁਹੀਂ, ਭਾਵ ਜੋ ਇਹ ਮਕਾਨ ਹਨ ਇਹਨਾਂ ਦੇ ਵਿੱਚ ਵੀ ਤੁਸੀਂ ਵਸ ਰਹੇ ਹੋ, ਅਤੇ ਜੋ ਮਕਾਨਾਂ ਵਿੱਚ ਰਹਿ ਰਹੇ ਨੇ ਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਹੀ ਤੇਜ ਪ੍ਰਤਾਪ ਵਸ ਰਿਹਾ ਹੈ। ਜਤਸ ਤੁਹੀਂ ਵਰਤਸ ਤੁਹੀਂ, ਭਾਵ ਜੋ ਜਤ ਰੱਖਦੇ ਨੇ ਅਤੇ ਜੋ ਵਰਤ ਰੱਖਦੇ ਨੇ। ਇਸਥੋਂ ਤਿੱਕਰ ਹਜੂਰ ਨੇ ਕਿਹਾ ਸੀ ਗਤਸ ਤੁਹੀਂ ਮਤਸ ਤੁਹੀਂ, ਕਿ ਜਿਹੜੇ ਗਤੀ ਦੀ ਭਾਵਨਾ ਰੱਖਦੇ ਨੇ ਅਤੇ ਜੋ ਗਿਆਨ ਹੈ ਸਭ ਵਿੱਚ ਤੁਹੀਂ ਵਸਦੇ ਹਨ। ਪਤਾ ਨਹੀਂ ਹਜੂਰ ਦੀ ਕੈਸੀ ਲਿਬ ਲੱਗੀ ਹੋਵੇਗੀ, ਇਹ ਤਾਂ ਮਹਾਰਾਜ ਜੀ ਆਪ ਹੀ ਜਾਣਦੇ ਨੇ। ਹਜੂਰ ਉੱਥੇ ਬੈਠੇ ਉਚਾਰਨ ਕਰਦੇ ਹਨ ਤੂਹੀ 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 ਤੂਹੀ। ਇਹ ਤਾਂ ਮਹਾਰਾਜ ਜੀਆਂ ਦੀ ਮੌਜ ਹੈ। ਮਹਾਰਾਜ ਜੀ ਨਿਜ ਸਰੂਪ ਵਿੱਚ ਐਸੇ ਮਗਨ ਹੋ ਜਾਂਦੇ ਹਨ। ਹਜੂਰ ਜਿਸ ਤਰ੍ਹਾਂ 16,000 ਵਾਰੀ ਤੂਹੀ ਤੂਹੀ ਦਾ ਉਚਾਰਨ ਕਰ ਦਿੰਦੇ ਹਨ। ਗੁਰਸਿੱਖ ਹੱਥ ਜੋੜ ਕੇ ਪੁੱਛਦੇ ਹਨ ਮਹਾਰਾਜ ਜੀ ਇਹ ਤਾਂ ਆਪ ਜੀਆਂ ਨੇ ਬੇਅੰਤ ਵਾਰ ਉਚਾਰਨ ਕਰ ਦਿੱਤਾ ਹੈ, ਇਹ ਵੀ ਹਜੂਰ ਅਸੀਂ ਇੱਥੇ ਲਿਖੀਏ। ਤਾਂ ਉਸ ਸਮੇਂ ਹਜੂਰ ਨੇ ਕਿਹਾ ਸੀ ਸਾਧ ਸੰਗਤ ਜੀ 16 ਵਾਰੀ ਤੁਸੀਂ ਇੱਥੋਂ ਲਿਖ ਦਿਓ। ਜੇ ਕੋਈ ਗੁਰਸਿੱਖ ਬਾਣੀ ਪੜ੍ਹਦਾ ਹੋਇਆ 16 ਵਾਰ ਉਚਾਰਨ ਕਰੇਗਾ ਉਸ ਨੂੰ 16,000 ਵਾਰ ਪੜ੍ਹਨ ਦਾ ਫਲ ਪ੍ਰਾਪਤ ਹੋਵੇਗਾ। ਅਤੇ ਖਾਲਸਾ ਜੀ ਅੱਗੇ ਜਿਸ ਤਰ੍ਹਾਂ ਹਜੂਰ ਦੀ ਇਹ ਪਵਿੱਤਰ ਅੰਮ੍ਰਿਤ ਬਾਣੀ ਅਕਾਲ ਉਸਤਤ ਹੈ, ਹਜੂਰ ਪਖੰਡ ਦੀਆਂ ਧੱਜੀਆਂ ਉਡਾਉਂਦੇ ਹਨ ਇਸ ਬਾਣੀ ਵਿੱਚ, ਤੇ ਨਿਰੋਲ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਹਨ। ਜਿਸ ਤਰ੍ਹਾਂ ਹਜੂਰ ਕਿਸੇ ਵੀ ਚੀਜ਼ ਵਿੱਚ ਨਹੀਂ ਛੱਡਦੇ। ਮਹਾਰਾਜ ਜੀ ਕਹਿੰਦੇ ਹਨ ਹਰੇਕ ਜਗ੍ਹਾ ਦੇ ਵਿੱਚ ਰੋਮ ਰੋਮ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਵਸ ਰਹੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਨੇ ਦੱਸਿਆ ਹੈ ਕਿ ਬਾਹਰਲੀ ਭਾਵੇਂ ਕੋਈ ਵੀ ਦੁਨੀਆ ਦਾ ਚਿੰਨ੍ਹ ਧਾਰਨ ਕਰ ਲੇ ਬੰਦਾ, ਪਰ ਜਿੰਨਾ ਚਿਰ ਹਿਰਦੇ ਦੇ ਵਿੱਚ ਪ੍ਰੇਮ ਨਹੀਂ ਉਪਜਦਾ, ਭਾਵ ਭਾਵਨਾ ਨਹੀਂ ਪੈਦਾ ਹੁੰਦੀ, ਜਿੱਥੇ ਮਰਜ਼ੀ ਚਲੇ ਜਾਵੇ, ਜਿਹੜਾ ਮਰਜ਼ੀ ਸਾਧਨ ਕਰ ਲਵੇ, ਹਜੂਰ ਕਹਿੰਦੇ ਹਨ ਸਭ ਨਿਸਫਲ ਹਨ। ਜਿਸ ਤਰ੍ਹਾਂ ਆਉਂਦਾ ਹੈ ਕਹਾ ਭਇਓ ਜੋ ਦੋ ਲੂਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ, ਪਰਲੋਕ ਗਵਾਇਓ, ਬਾਸ ਕੀਓ ਬਖਿਆਣ ਸੋ ਬੈਠ ਕੇ, ਐਸੇ ਹੀ ਐਸ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ
ਤਿਨ ਹੀ ਪ੍ਰਭ ਪਾਇਓ। ਮਹਾਰਾਜ ਜੀ ਕਹਿੰਦੇ ਹਨ, ਸੱਚ ਕਹਿੰਦੇ ਹਾਂ, ਸਾਰੇ ਸੁਣ ਲਵੋ ਕਿ ਜਿਨੇ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਕੀਤਾ ਹੈ ਉਹਨੇ ਹੀ ਪਾਉਣਾ ਕੀਤਾ ਹੈ। ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ, ਆਕ ਕੋ ਚਰਈਆ ਫਲ ਫੂਲ ਕੋ ਪਛਈਆ, ਸਦਾ ਬਨ ਕੋ ਪਰਮਈਆ ਔਰ ਦੂਸਰੋ ਨਾ ਬੋਕਸੋ। ਜਿਸ ਤਰ੍ਹਾਂ ਕਹਿ ਰਹੇ ਸਨ ਹਜੂਰ, ਜੰਗਲ ਵਿੱਚ ਜਾਣ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਹਜੂਰ ਕਹਿੰਦੇ ਹਨ ਕਿ ਚਾਹੇ ਅੱਕ ਦੇ ਬੂਟੇ ਆਦਿਕ ਖਾ ਲਵੇ, ਫਲ ਫੁੱਲ ਖਾਵੇ ਰੁੱਖਾਂ ਤੋਂ ਤੋੜ ਕੇ, ਸਦਾ ਜੰਗਲਾਂ ਵਿੱਚ ਰਹੀਏ, ਤਾਂ ਮਹਾਰਾਜ ਜੀ ਕਹਿੰਦੇ ਹਨ ਉਹ ਬੱਕਰੇ ਤੋਂ ਸਿਵਾ ਹੋਰ ਕੀ ਹੈ। ਭਾਵ ਜੋ ਬੱਕਰੀਆਂ ਹਨ ਉਹ ਵੀ ਤਾਂ ਜੰਗਲ ਵਿੱਚ ਜਾ ਕੇ ਇਹੋ ਚੀਜ਼ਾਂ ਹੀ ਖਾਂਦੀਆਂ ਹਨ। ਮਹਾਰਾਜ ਜੀ ਕਹਿੰਦੇ ਹਨ ਜੇ ਪ੍ਰੇਮ ਨਹੀਂ ਤਾਂ ਮੁਕਤੀ ਨਹੀਂ ਮਿਲੇਗੀ। ਕਹਾਂ ਭਇਓ ਭੇਡ ਜੋ ਕਸਤ ਸੀਸ ਬ੍ਰਿਸ਼ਨ ਸੋ। ਮਹਾਰਾਜ ਜੀ ਕਹਿੰਦੇ ਹਨ ਕਈ ਇਸ ਤਰ੍ਹਾਂ ਦੇ ਯਤਨ ਕਰਦੇ ਹਨ, ਜਦੋਂ ਨੀਂਦ ਆਉਂਦੀ ਹੈ ਕੰਧਾਂ ਨਾਲ ਆਪਦੇ ਸਿਰ ਮਾਰਦੇ ਹਨ ਕਿ ਨੀਂਦ ਨਹੀਂ ਆਉਣ ਦਿੰਦੀ। ਮਹਾਰਾਜ ਜੀ ਕਹਿੰਦੇ ਹਨ ਉਹ ਭੇਡਾਂ ਤੋਂ ਉਹਨਾਂ ਦਾ ਕੀ ਫਰਕ ਰਹਿ ਗਿਆ। ਭੇਡਾਂ ਵੀ ਤਾਂ ਰੁੱਖਾਂ ਨਾਲ ਸਿਰ ਮਾਰ ਮਾਰ ਕੇ ਸਦਾ ਹਿਲਦੀਆਂ ਹਨ। ਮਾਟੀ ਕੋ ਪਛਈਆ ਬੋਲ ਪੁੱਛ ਲੀਜੈ ਜੋਕ ਸੋ। ਕਈ ਐਸੀ ਤਪੱਸਿਆ ਕਰਦੇ ਨੇ, ਮਿੱਟੀ ਖਾ ਖਾ ਕੇ ਜੀਂਦੇ ਹਨ। ਮਹਾਰਾਜ ਜੀ ਕਹਿੰਦੇ ਹਨ ਜੋ ਜੋਕ ਹੈ ਤਾਂ ਉਹ ਕਿਉਂ ਨਾ ਮੁਕਤ ਹੋ ਗਈ, ਤੁਸੀਂ ਉਹਨੂੰ ਜਾ ਕੇ ਪੁੱਛ ਲਵੋ ਜਾ ਕੇ ਹਜੂਰ। ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ, ਏਕ ਭਾਵਨਾ ਬਹੀਨ ਕੈਸੇ ਭੇਟੇ ਪਰਲੋਕ ਸੋ। ਮਹਾਰਾਜ ਜੀ ਫਰਮਾਉਂਦੇ ਹਨ ਕਿ ਸਦਾ ਤੂੰ ਕਾਮਨਾ ਦੇ ਅਧੀਨ ਰਹਿੰਦਾ ਹੈ, ਕਾਮ ਦੇ ਅਧੀਨ। ਭਾਵ ਸਦਾ ਤੇਰੇ ਮਨ ਵਿੱਚ ਲੰਮੇ ਸਮੇਂ ਤਿਕਰ ਆਸ਼ਾਂ ਲੱਗੀਆਂ ਰਹਿੰਦੀਆਂ ਹਨ, ਆਹ ਕਰਾਂਗਾ ਉਹ ਕਰਾਂਗਾ, ਤੇ ਕਾਮ ਕ੍ਰੋਧ ਦੇ ਵਿੱਚ ਸਦਾ ਪ੍ਰਬੀਨ ਤੇਰਾ ਮਨ ਲੱਗਾ ਰਹਿੰਦਾ ਹੈ। ਮਹਾਰਾਜ ਜੀ ਕਹਿੰਦੇ ਹਨ ਇੱਕ ਭਾਵਨਾ ਬਹੀਨ, ਜੇ ਤੇਰੇ ਮਨ ਵਿੱਚ ਭਾਵਨਾ ਨਹੀਂ ਨਾ ਹੈਗੀ, ਹਜੂਰ ਨੂੰ ਆ ਕੇ ਮਸਤਕ ਤਾਂ ਟੇਕਦਾ ਹੈ, ਪਰ ਮਹਾਰਾਜ ਜੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਹੀ ਜੇ ਤੇਰੇ ਮਨ ਵਿੱਚ ਫੁਰਨੇ ਉੱਠਦੇ ਨੇ, ਕੋਈ ਭਾਵਨਾ ਹੀ ਨਹੀਂ ਹੈਗੀ, ਮਹਾਰਾਜ ਜੀ ਕਹਿੰਦੇ ਹਨ ਕਿੱਦਾਂ ਤੇਰੀ ਪਰਲੋਕ ਵਿੱਚ ਗਤੀ ਹੋਏਗੀ। ਨਾਚੇ ਕਰਤ ਮੋਰ ਦਾਦਰ ਕਰਤ ਸੋਰ। ਮਹਾਰਾਜ ਜੀ ਕਹਿੰਦੇ ਹਨ ਜੇ ਨੱਚਣ ਟੱਪਣ ਨਾਲ, ਢੋਲਕੀਆਂ ਛੈਣੇ ਵਜਾਉਣ ਨਾਲ ਜੇ ਭਾਵ ਮੁਕਤੀ ਪ੍ਰਾਪਤ ਹੁੰਦੀ, ਮਹਾਰਾਜ ਜੀ ਕਹਿੰਦੇ ਹਨ ਮੋਰ ਕਿਤੇ ਘੱਟ ਪਹਿਲਾਂ ਪਾਉਂਦੇ ਨੇ, ਡੱਡੂ ਕਿਤੇ ਘੱਟ ਭਾਵ ਛੋਰ ਕਰਦਾ ਹੈ, ਢੋਲਕੀਆਂ ਛੈਣੇ ਵਜਾਉਂਦਾ ਹੈ, ਸਦਾ ਕੰਨ ਘੋਰ ਕੰਨ ਕਰਿਓ ਹੀ ਕਰਤ ਹੈ। ਮਹਾਰਾਜ ਜੀ ਕਹਿੰਦੇ ਹਨ ਜੇ ਢੋਲਕੀਆਂ ਛੈਣੇ ਵਜਾਉਣ ਨਾਲ ਮੁਕਤੀ ਪ੍ਰਾਪਤ ਹੁੰਦੀ ਤਾਂ ਬੱਦਲ ਤਾਂ ਸਦਾ ਬੜੀ ਉੱਚੀ ਉੱਚੀ ਗਰਜਦੇ ਨੇ, ਬੱਦਲ ਕਿਉਂ ਨਾ ਮੁਕਤ ਹੋ ਗਏ, ਉਹਨਾਂ ਨੂੰ ਕਿਉਂ ਨਾ ਪ੍ਰਾਪਤੀ ਹੋ ਗਈ। ਮਹਾਰਾਜ ਜੀ ਕਹਿੰਦੇ ਹਨ ਕਿ ਪ੍ਰੇਮ ਤੋਂ ਬਿਨਾ ਸਭ ਸਾਵਧਨ ਕੀਤੇ ਹੋਏ ਨਿਸਫਲ ਨੇ। ਇਸੇ ਤਰ੍ਹਾਂ ਕਹਿੰਦੇ ਨੇ ਏਕ ਪਾਏ ਠਾਡੇ ਸਦਾ ਬਨ ਮੇ ਰਹਿਤ ਬ੍ਰਿਸ਼। ਕਈ ਕਹਿੰਦੇ ਹਨ ਇੱਕ ਪੈਰ ਤੇ ਖੜ ਕੇ, ਸਾਧ ਸੰਗਤ ਜੀ ਐਸੇ ਵੀ ਮਤ ਹਨ ਕਿ ਇੱਕ ਪੈਰ ਤੇ ਖੜ ਕੇ ਵਾਹਿਗੁਰੂ ਦਾ ਨਾਮ ਜਪਦੇ ਨੇ, ਤਪ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਨੇ। ਕਈ ਸਾਧ ਸੰਗਤ ਜੀ ਦਿਖਾਵੇ ਲਈ ਪੈਸੇ ਦੇ ਖਾਤਰ ਵੀ ਕਈ ਕਰਦੇ ਨੇ। ਮਹਾਰਾਜ ਜੀ ਕਹਿੰਦੇ ਹਨ ਜੇ ਇੱਕ ਪੈਰ ਤੇ ਖੜੇ ਹੋਣ ਨਾਲ ਮਹਾਰਾਜ ਜੀਆਂ ਦੀ ਪ੍ਰਾਪਤੀ ਹੁੰਦੀ, ਜੋ ਰੁੱਖ ਨੇ ਉਹ ਤਾਂ ਸਦਾ ਹੀ ਇੱਕ ਥਾਂ ਤੇ ਖੜੇ ਰਹਿੰਦੇ ਨੇ। ਇੱਕ ਥਾਂ ਬ੍ਰਿਸ਼ ਅੱਗੇ ਕਹਿੰਦੇ ਨੇ ਫੂਕ ਫੂਕ ਪਾਵ ਭੂਮ ਸਰਾਵਗ ਧਰਤ ਹੈ, ਕਿ ਜੇ ਕਹਿੰਦਾ ਹੈ ਕਿ ਧਰਤੀ ਨੂੰ ਐ ਫੂਕਾਂ ਮਾਰ ਮਾਰ ਕੇ ਤੁਰਾਂ, ਮਹਾਰਾਜ ਜੀ ਕਹਿੰਦੇ ਹਨ ਸਰੇਵੜਿਆਂ ਦੇ ਮੱਤ ਦੇਖ, ਧਰਤੀ ਨੂੰ ਫੂਕਾਂ ਮਾਰ ਮਾਰ ਕੇ ਜਿਸ ਤਰ੍ਹਾਂ ਉਹ ਤੁਰਦੇ ਨੇ, ਉਹਨਾਂ ਨੂੰ ਕਿਉਂ ਨਾ ਮੁਕਤੀ ਪ੍ਰਾਪਤ ਹੋ ਗਈ। ਅੱਗੇ ਹਜੂਰ ਕਹਿੰਦੇ ਹਨ ਪਾਹਣ ਅਨੇਕ ਯੁਗ ਏਕ ਠੌਰ ਬਾਸ ਕਰੇ। ਕਈ ਕਹਿੰਦੇ ਹਨ ਅਸੀਂ ਇੱਕ ਥਾਂ ਤੇ ਅੰਦਰ ਵੜ ਕੇ ਹੀ ਭਗਤੀ ਕਰਨੀ ਹੈ। ਮਹਾਰਾਜ ਜੀ ਕਹਿੰਦੇ ਹਨ ਪੱਥਰਾਂ ਤੇ ਉਹਨਾਂ ਦੇ ਵਿੱਚ ਕੀ ਫਰਕ ਰਹਿ ਗਿਆ, ਕਿਉਂਕਿ ਜਿਹੜੇ ਪਾਹਣ ਪੱਥਰ ਨੇ ਸਦਾ ਇੱਕ ਥਾਂ ਤੇ ਹੀ ਬੈਠੇ ਰਹਿੰਦੇ ਹਨ, ਕਈ ਯੁੱਗਾਂ ਤਿਕਰ। ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਮਹਾਰਾਜ ਜੀ ਕਹਿੰਦੇ ਹਨ ਇੱਲਾਂ ਤੇ ਕਾਂ, ਜੇ ਤੂੰ ਕਹਿੰਦਾ ਹੈ ਕਿ ਮੈਨੂੰ ਘੁੰਮਣ ਫਿਰਨ ਨਾਲ, ਕਈ ਹੁੰਦੇ ਹਨ ਕਿ ਟੂਰਿਸਟ ਭਾਵ ਜਿਸ ਤਰ੍ਹਾਂ ਬੜਾ ਘੁੰਮਦੇ ਫਿਰਦੇ ਨੇ, ਉਹਨਾਂ ਦਾ ਮਤ ਹੁੰਦਾ ਹੈ ਡਾਂਡੀ ਜਿਸ ਤਰ੍ਹਾਂ ਇੱਕ ਲੈਂਡ ਬਣਾ ਕੇ ਤੁਰੇ ਫਿਰਦੇ ਨੇ। ਮਹਾਰਾਜ ਜੀ ਫਰਮਾਉਂਦੇ ਹਨ ਕਾਂ ਤੇ ਇੱਲਾਂ ਦੇਸ਼ਾਂ ਵਿਦੇਸ਼ਾਂ ਵਿੱਚ ਭਰਮਦੀਆਂ ਹਨ, ਉਹਨਾਂ ਨੂੰ ਜਾ ਕੇ ਪੁੱਛ ਲਓ ਕਿ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ। ਮਹਾਰਾਜ ਜੀਆਂ ਤੋਂ ਇੱਥੋਂ ਭਾਵ ਹੈ ਕਿ ਜੇ ਪ੍ਰੇਮ ਨਹੀਂ ਹੈ ਤੇ ਚਾਹੇ ਅੰਦਰ ਬੈਠਾ ਰਹੇ ਤੇ ਚਾਹੇ ਸਾਰੇ ਦੇਸ਼ ਦਾ ਰਟਨ ਕਰ ਲਵੇ। ਮਹਾਰਾਜ ਜੀ ਅੱਗੇ ਫਰਮਾਉਂਦੇ ਹਨ ਗਿਆਨ ਕੇ ਬਹੀਨ ਮਹਾਦਾਨ ਮੈਂ ਨਾ ਹੂ ਜੋ ਲੀਨ, ਭਾਵਨਾ ਯਕੀਨ ਦੀਨ ਕੈਸੇ ਕਹਿ ਤਰਤ ਹੈ। ਮਹਾਰਾਜ ਜੀ ਕਹਿੰਦੇ ਹਨ ਜੇ ਅਕਾਲ ਪੁਰਖ ਵਾਹਿਗੁਰੂ ਤੂੰ ਸੋਝੀ ਨਾ ਲਈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਆ ਕੇ ਤਰਲਾ ਕਰਿਆ ਕਰ ਹਜੂਰ ਸਾਡੇ ਤੇ ਕਿਰਪਾ ਕਰੋ, ਮਹਾਰਾਜ ਜੀ ਗਰੀਬ ਹਾਂ,
ਕੋਈ ਗੁਣ ਨਹੀਂ ਹੈਗਾ, ਤਾਂ ਹਜੂਰ ਦੱਸਦੇ ਹਨ ਸਾਧ ਸੰਗਤ ਜੀ, ਪ੍ਰੇਮ ਤੇ ਸ਼ਰਧਾ ਦੇ ਬੇੜੇ ਹੀ ਸਦਾ ਪਾਰ ਲਗਾਇਆ ਕਰਦੇ ਨੇ ਮਹਾਰਾਜ ਜੀਆਂ। ਤੇ ਜੇ ਸ਼ਰਧਾ ਨਾ ਹੋਵੇ, ਪ੍ਰੇਮ ਨਾ ਹੋਵੇ, ਤਾਂ ਭਵ ਸਾਗਰ ਵਿੱਚ ਬੰਦਾ ਡੁੱਬ ਜਾਇਆ ਕਰਦਾ ਹੈ। ਇਸ ਤੋਂ ਅੱਗੇ ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ, ਕਹਾਂ ਭਇਓ ਜੋ ਪੈ ਕਲਵੱਤਰ ਲਿਓ ਕਾਂਛੀ ਬੀਚ। ਪੁਰਾਣੇ ਸਮੇਂ ਵਿੱਚ ਜੋ ਬ੍ਰਾਹਮਣ ਸਨ, ਉਹਨਾਂ ਨੇ ਇੱਕ ਸਾਧ ਸੰਗਤ ਜੀ ਕਲਵੱਤਰ ਭਾਵ ਕਿ ਇਹ ਰਾਜਿਆਂ ਨੂੰ ਕਿਹਾ ਕਰਦੇ ਸੀ, ਸਭ ਆਪਣੀ ਮਾਇਆ ਤਿਆਗ ਕੇ ਉਹਨਾਂ ਨੂੰ ਕਹਿੰਦੇ ਸੀ, ਤੁਹਾਨੂੰ ਅਸੀਂ ਪ੍ਰਲੋਕ ਵਿੱਚ ਤੁਹਾਨੂੰ ਮੁਕਤੀ ਦਿਵਾਵਾਂਗੇ। ਇੱਕ ਵੱਡਾ ਉਹਨਾਂ ਨੇ ਲੱਕੜਾ ਜਿਹਾ ਰੱਖਿਆ ਤੇ ਸਿਰ ਵੱਢ ਦਿਆ ਕਰਦੇ ਸੀ ਰਾਜਿਆਂ ਦਾ, ਉਹਦੇ ਤੇ ਰੱਖ ਕੇ। ਜਿਸ ਤਰ੍ਹਾਂ ਭਗਤ ਕਬੀਰ ਜੀਆਂ ਨੇ ਵੀ ਉੱਥੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ ਸੀ। ਜਿਸ ਸਮੇਂ ਸਾਧ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਹਨ, ਕਰਵਤ ਭਲਾ ਨਾ ਕਰਵਟ ਤੇਰੀ। ਮਹਾਰਾਜ ਜੀ ਮੈਨੂੰ ਸੀਸ ਵਢਾਉਣਾ ਤਾਂ ਭਲਾ ਹੈ, ਪਰ ਤੁਸੀਂ ਮੁਖ ਨਾ ਮੋੜਿਓ। ਇਹ ਸਾਧ ਸੰਗਤ ਜੀ ਇਹ ਰਾਜਿਆਂ ਨੂੰ ਜਿਸ ਸਮੇਂ ਉਹਨਾਂ ਦਾ ਸੀਸ ਵੱਢ ਕੇ ਕਿਹਾ ਕਰਦੇ ਸੀ ਕਿ ਤੁਹਾਨੂੰ ਅੱਗੇ ਲੋਕ ਪਰਲੋਕ ਵਿੱਚ ਮੁਕਤੀ ਮਿਲੇਗੀ। ਜਿਸ ਸਮੇਂ ਅੰਗਰੇਜ਼ਾਂ ਦਾ ਰਾਜ ਆਇਆ, ਇਹਨਾਂ ਨੇ ਕਾਂਛੀ ਵਿੱਚੋਂ ਇਹ ਪਟਾਇਆ ਸੀ। ਫਿਰ ਅੰਗਰੇਜ਼ ਕਹਿੰਦੇ ਸੀ, ਬ੍ਰਾਹਮਣੋ ਰਾਜੇ ਤਾਂ ਸਾਰੇ ਮੁਕਤ ਕਰੀ ਜਾਂਦੇ ਜੇ, ਤੁਸੀਂ ਮੁਕਤ ਨਹੀਂ ਹੋਣਾ, ਤੁਸੀਂ ਵੀ ਸੀਸ ਰੱਖੋ ਤੇ ਅਸੀਂ ਮਾਰਦੇ ਹਾਂ। ਸਭ ਭੱਜ ਗਏ ਸੀ। ਤਾਂ ਉਸ ਸਮੇਂ ਹਜੂਰ ਕਹਿੰਦੇ ਹਨ, ਕਹਾ ਭਇਓ ਜੋ ਪੈ ਕਲਵੱਤਰ ਲਿਓ ਕਾਂਛੀ ਬੀਚ। ਚੀਰ ਚੀਰ ਚੋਰਠਾ ਕੁਠਾਰਨ ਸੋ ਮਾਰਹੀ। ਰਸਤੇ ਦੇ ਵਿੱਚ ਕਈ ਚੋਰ ਵੀ ਕੁਹਾੜੇ ਨਾਲ ਰਾਹਗੀਰਾਂ ਨੂੰ ਲੁੱਟ ਕੇ ਮਾਰ ਦਿੰਦੇ ਹਨ, ਉਹ ਕਿਉਂ ਨਾ ਮੁਕਤ ਹੋ ਗਏ। ਕਹਾ ਭਇਓ ਫਾਂਸੀ ਡਾਰ ਬੂਢਿਓ ਜੜ ਗੰਗ ਧਾਰ। ਡਾਰ ਡਾਰ ਫਾਂਸ ਠੱਗ ਮਾਰ ਡਾਰਈ। ਕਈ ਸਾਧ ਸੰਗਤ ਜੀ ਗਲ ਵਿੱਚ ਰੱਸੀ ਪਾ ਕੇ ਗੰਗਾ ਦੇ ਵਿੱਚ ਭਾਵ ਆਪਣਾ ਪ੍ਰਾਣ ਤਿਆਗ ਦਿਆ ਕਰਦੇ ਸੀ, ਕਹਿੰਦੇ ਸੀ ਮੁਕਤ ਹੋ ਜਾਵਾਂਗੇ। ਤਾਂ ਉਸ ਸਮੇਂ ਭਗਤ ਜੀ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ ਕਿ ਕਈ ਤਾਂ ਦੇਖ ਫਾਂਸੀ ਲਾ ਕੇ ਕਈਆਂ ਨੂੰ ਉੱਦਾਂ ਹੀ ਮਾਰ ਦਿੱਤਾ ਜਾਂਦਾ ਹੈ, ਉਹ ਕਿਉਂ ਨਾ ਮੁਕਤ ਹੋ ਗਏ। ਤਾਪ ਕੇ ਸਹਿਤ ਜੋ ਪਾਈਏ ਅਤਾਪ ਨਾਥ। ਮਹਾਰਾਜ ਜੀ ਕਹਿੰਦੇ ਹਨ, ਜੇ ਕਈ ਦੇਹੀ ਨੂੰ ਦੁੱਖ ਬਹੁਤ ਦਿੰਦੇ ਨੇ, ਜਿਸ ਤਰ੍ਹਾਂ ਸਾਧ ਸੰਗਤ ਜੀ ਤਪ ਆਦਿਕ ਬੜੇ ਬੜੇ ਗਰਮੀਆਂ ਦੇ ਵਿੱਚ ਅੱਗ ਆਸੇ ਪਾਸੇ ਧੂਣੀਆਂ ਲਾ ਕੇ ਵਿੱਚ ਬਹਿੰਦੇ ਨੇ, ਸਿਆਲਾਂ ਵਿੱਚ ਠੰਡੇ ਪਾਣੀ ਵਿੱਚ ਬੜੇ ਰਹਿੰਦੇ ਨੇ, ਕਈ ਚਿਰ ਰੁੱਖਾਂ ਨਾਲ ਪੁੱਠੇ ਲਮਕੇ ਰਹਿੰਦੇ ਨੇ, ਦੇਹੀ ਨੂੰ ਦੁੱਖ ਦਿੰਦੇ ਨੇ। ਮਹਾਰਾਜ ਜੀ ਫਰਮਾਉਂਦੇ ਹਨ, ਤਾਪ ਕੇ ਸਹਿਤ ਜੋ ਪੈ ਪਾਈਏ ਅਤਾਪ ਤੇਜ। ਅਤਾਪ ਨਾਥ ਵਾਹਿਗੁਰੂ ਜੇ ਕਹਿੰਦੇ ਹਨ ਕਿ ਦੇਹੀ ਨੂੰ ਦੁੱਖ ਦੇਣ ਨਾਲ ਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਮਹਾਰਾਜ ਜੀ ਕਹਿੰਦੇ ਹਨ, ਤਾਪਨਾ ਅਨੇਕ ਤਨ ਘਾਇਲ ਸਹਿਤ ਹੈ। ਜਿਹਨੂੰ ਦੇਖ ਐਕਸੀਡੈਂਟਾਂ 'ਚ ਸੱਟਾਂ ਲੱਗ ਜਾਂਦੀਆਂ ਹਨ, ਕਿਸੇ ਕਾਰਨ ਕਰਕੇ ਸਰੀਰ ਤੇ ਜ਼ਖਮ ਹੋ ਜਾਂਦੇ ਹਨ, ਦੇਖੋ ਕਿੰਨਾ ਦੁੱਖ ਸਹਿੰਦੇ ਨੇ। ਉਹਨਾਂ ਨੂੰ ਜਾ ਕੇ ਪੁੱਛ ਕਿ ਉਹਨਾਂ ਨੂੰ ਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਜਾਪ ਕੇ ਕੀਏ ਤੋ ਜੋ ਪੈ ਪਾਈਅਤ ਅਜਾਪ ਦੇਵ। ਕਹਿੰਦੇ ਹਨ ਕਾਲ ਪੁਰਖ ਵਾਹਿਗੁਰੂ ਜੋ ਜਾਪ ਵਿੱਚ ਹੀ ਨਹੀਂ ਆਉਂਦਾ। ਸਾਧ ਸੰਗਤ ਜੀ ਇੱਥੇ ਮਹਾਰਾਜ ਜੀਆਂ ਤੋਂ ਕਹਿਣ ਦਾ ਭਾਵ ਹੈ, ਜੇ ਮਨ ਵਿੱਚ ਪ੍ਰੇਮ ਨਹੀਂ ਉੱਗਿਆ, ਪੈਦਾ ਨਹੀਂ ਹੋਈ ਸ਼ਰਧਾ, ਹਿਰਦੇ ਦੇ ਵਿੱਚ ਕਦੇ ਤੇਰੇ ਮਨ ਵਿੱਚ ਆਇਆ ਹੀ ਨਹੀਂ ਪਾਪ ਕਰਦੇ ਹੋਏ, ਦੇਖ ਮਣਾ ਹਜੂਰ ਸਭ ਕੁਝ ਦੇਖ ਰਹੇ ਹਨ। ਮਹਾਰਾਜ ਜੀ ਕਹਿੰਦੇ ਹਨ, ਜੇ ਤੂੰ ਪਖੰਡ ਦੇ ਸਹਿਤ ਕਰ ਰਿਹਾ ਹੈ, ਜਿੰਨਾ ਮਰਜੀ ਜਾਪ ਕਰੀ ਜਾ, ਭਾਵ ਮੁਖ ਤੋਂ ਜੋ ਮਰਜੀ ਬੋਲੀ ਜਾ, ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਇੱਕ ਪੰਛੀ ਹੈ ਸਾਧ ਸੰਗਤ ਜੀ, ਉਹਦੀ ਆਵਾਜ਼ ਇਸ ਤਰ੍ਹਾਂ ਲੱਗਦੀ ਹੈ ਜਿੱਦਾਂ ਜਦੋਂ ਉਹ ਬੋਲਦਾ ਹੈ ਤੂੰ ਹੀ ਬੋਲਦਾ ਹੋਵੇ। ਮਹਾਰਾਜ ਜੀ ਕਹਿੰਦੇ ਹਨ, ਉਹ ਵੀ ਤਾਂ ਦੇਖ ਸਦਾ ਤੂੰ ਹੀ ਉਚਰਦਾ ਹੈ, ਫਿਰ ਵੀ ਪੰਛੀ ਦੀ ਜੂਨੀ ਵਿੱਚ ਆਇਆ ਹੈ, ਉਹਨੂੰ ਪੁੱਛ ਜਾ ਕੇ ਕਿ ਉਹਨੂੰ ਪ੍ਰਾਪਤੀ ਹੋ ਗਈ। ਹਜੂਰ ਕਹਿੰਦੇ ਹਨ, ਨਭ ਕੇ ਉਡਈਆ ਤੇ ਜੋ ਪਾਈਏ ਨਰਾਇਣ। ਭਾਵ ਕਿ ਜੇ ਆਕਾਸ਼ ਵਿੱਚ ਉੱਡਣ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਜੇ ਪ੍ਰਾਪਤੀ ਹੋ ਜਾਂਦੀ, ਅਨਲ ਆਕਾਸ਼ ਪੰਛੀ ਡੋਲ ਬੋ ਕਰਤ ਹੈ। ਕਈ ਸਾਧ ਸੰਗਤ ਜੀ ਸਿੱਧੀਆਂ ਦੇ ਜ਼ੋਰ ਨਾਲ ਬੇਅੰਤ ਜ਼ਿਕਰ ਆਉਂਦੇ ਹਨ ਕਿ ਉੱਡ ਜਾਇਆ ਕਰਦੇ ਸੀ, ਲੋਕਾਂ ਨੂੰ ਭਰਮਾਉਂਦੇ ਸੀ ਕਿ ਸਾਡੇ ਵਿੱਚ ਸ਼ਕਤੀਆਂ ਨੇ, ਅਸੀਂ ਮੁਕਤ ਹਾਂ, ਸਾਨੂੰ ਪ੍ਰਾਪਤੀ ਹੈ। ਮਹਾਰਾਜ ਜੀ ਕਹਿੰਦੇ ਹਨ, ਪੰਛੀਆਂ ਨੂੰ ਜਾ ਕੇ ਪੁੱਛ ਕਿੰਨਾ ਆਕਾਸ਼ ਵਿੱਚ ਉੱਡਦੇ ਹਨ, ਉਹ ਕਿਉਂ ਨਾ ਮੁਕਤ ਹੋ ਗਏ। ਇਸ ਤੋਂ ਉਪਰੰਤ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ, ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਬ੍ਰਹਮਚਾਰੀ। ਮਹਾਰਾਜ ਜੀ ਕਹਿੰਦੇ ਹਨ, ਕੋਈ ਭਾਵ ਮੂੰਹ ਸਿਰ ਮਨਾ ਕੇ, ਜਿਸ ਤਰ੍ਹਾਂ ਦੇ ਪੰਥ ਹਨ, ਕੋਈ ਸੰਨਿਆਸੀ ਬਣ ਜਾਂਦੇ ਹਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਨਾਰ ਮੂਏ ਘਰ ਸੰਪਤ ਨਾਸੀ, ਮੂੰਡ ਮੁੰਡਾਏ ਭਇਓ ਸੰਨਿਆਸੀ। ਘਰ ਦੇ ਵਿੱਚ ਇਸਤਰੀ ਭਾਵ ਜਿਸ ਤਰ੍ਹਾਂ ਚੜ੍ਹਾਈ ਕਰ ਗਈ, ਸਾਰੀ ਸੰਪਤਾ ਭਾਵ ਜੋ ਧਨ ਦੌਲਤ ਨਾਸ਼ ਹੋ ਗਈ, ਕਹਿੰਦਾ ਹੈ ਹੁਣ ਬਾਬੇ ਬਣ ਜਾਂਦੇ ਹਾਂ,
ਭਾਵ ਕੀ ਨਾਰ ਮੂਏ ਧਨ ਸੰਪਤ ਨਾਸੀ। ਮੂੰਹ ਸਿਰ ਮੁੰਨ ਕੇ ਕਹਿੰਦਾ ਹਮ ਸੰਨਿਆਸੀ ਹੋਤੇ हैं ਕਿ ਸਭ ਕੁਝ ਤਿਆਗ ਦਿੱਤਾ ਹੈ, ਪੱਲੇ ਉਂਝ ਨਾ ਕੁਝ ਰਿਹਾ। ਮਹਾਰਾਜ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਕੋ ਬ੍ਰਹਮਚਾਰੀ ਕੋ ਜਤੀ ਅਨਬਾਣਵੋ, ਭਾਵ ਕੋਈ ਆਪਣੇ ਆਪ ਨੂੰ ਜਤੀ ਖਵਾਉਂਦਾ ਹੈ। ਹਿੰਦੂ ਤੁਰਕ ਕੋਈ ਰਾਵਸੀ ਮਾਨਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ। ਮਹਾਰਾਜ ਜੀ ਕਹਿੰਦੇ ਹਨ ਕੋਈ ਹਿੰਦੂ ਹੈ, ਕੋਈ ਤੁਰਕ ਹੈ ਭਾਵ ਮੁਸਲਮਾਨ ਹੈ, ਕੋਈ ਰਾਵਸੀ ਹੈ, ਇਤਿਆਦਿਕ ਅਨੰਤ ਬੇਅੰਤ ਮਤ ਹਨ ਧਰਤੀ ਤੇ। ਮਹਾਰਾਜ ਜੀ ਕਹਿੰਦੇ ਹਨ ਸਭ ਤੋਂ ਪਹਿਲਾਂ ਤੂੰ ਦੇਖ ਸਭ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤਾਪ ਤੈਨੂੰ ਨਜ਼ਰ ਆਵੇਗਾ। ਸਭ ਤੋਂ ਪਹਿਲਾਂ ਮਨੁੱਖ ਨੇ। ਇਹ ਹਜੂਰ ਦੇ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ ਸਰਬੰਗ ਧਰਮੰ, ਕਿ ਸਾਰੇ ਧਰਮਾਂ ਵਿੱਚ ਦੇਖ ਤੂੰ ਕਿਸੇ ਨੂੰ ਦੇਖ ਕੇ ਉਹਦੀ ਨਿਰਾਦਰੀ ਕਰਨ ਵੱਲ ਜਾਣਾ ਹੈ। ਸਭ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਬਰੋਬਰ ਹੀ ਵਸ ਰਿਹਾ ਹੈ। ਕਰਤਾ ਕਰੀਮ ਸੋਈ ਰਾਜਕ ਰਹੀਮ ਉਹੀ, ਦੂਸਰੋ ਨਾ ਭੇਦ ਕੋਈ ਭੂਲ ਮਾਨਵੋ। ਮਹਾਰਾਜ ਜੀ ਕਹਿੰਦੇ ਹਨ ਉਹੀ ਕਰਤਾ ਹੈ, ਉਹੀ ਕਰੀਮ ਹੈ ਜੇ ਮੁਸਲਮਾਨਾਂ ਵੱਲ ਦੇਖਿਆ ਜਾਵੇ, ਵੀਰਾਂ ਵੱਲ। ਅਤੇ ਕਹਿੰਦੇ ਹਨ ਦੂਸਰੋ ਨਾ ਭੇਦ ਕੋਈ, ਹੋਰ ਕੋਈ ਭੇਦ ਭਾਵ ਨਹੀਂ ਹੈ। ਸਭ ਇਹ ਭੁੱਲ ਕੇ ਵੀ ਮਨ ਦੇ ਵਿੱਚ ਤੂੰ ਭ੍ਰਮ ਨਾ ਪੈਦਾ ਕਰ ਲਈ। ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਹੀ ਸਰੂਪ ਸਭੈ ਏਕੈ ਜੋਤ ਜਾਣਬੋ। ਸਭ ਦੇ ਵਿੱਚ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜਗ ਰਹੀ ਹੈ। ਦੇਹਰਾ ਮਸੀਤ ਸੋਈ, ਜੇ ਦੇਹਰੇ ਵਿੱਚ ਹਿੰਦੂ ਵੀਰ ਪੂਜਾ ਕਰਦੇ ਨੇ, ਮਸੀਤ ਵਿੱਚ ਮੁਸਲਮਾਨ ਪੂਜਾ ਕਰਦੇ ਹੈ। ਸਭ ਅਕਾਲ ਪੁਰਖ ਵਾਹਿਗੁਰੂ ਦੀ ਹੀ ਪੂਜਾ ਹੋ ਰਹੀ ਹੈ। ਦੇਹਰਾ ਮਸੀਤ ਸੋਈ ਪੂਜਾ ਔਰ ਨਿਵਾਜ ਹੋਈ, ਪੂਜਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋ ਰਹੀ ਹੈ, ਨਿਵਾਜਾਂ ਵੀ ਉਹਦੀਆਂ ਪੜੀਆਂ ਜਾ ਰਹੀਆਂ ਹਨ। ਮਾਨਸ ਸਭੈ ਏਕ ਪੈ ਅਨੇਕ ਕੋ ਭਰਮਾਓ ਹੈ। ਸਭ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਪੈਦਾ ਹੋਏ ਨੇ, ਪਰ ਫਿਰ ਭਰਮ ਕਰਕੇ ਤੈਨੂੰ ਅਲੱਗ-ਅਲੱਗ ਪ੍ਰਤੀਤ ਹੁੰਦੇ ਨੇ। ਦੇਵਤਾ ਅਦੇਵ ਜਛ ਗੰਧਰਵ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸ਼ ਕੋ ਭੇਸ ਕੋ ਪ੍ਰਭਾਵ ਹੈ। ਜੇ ਤੈਨੂੰ ਅਲੱਗ-ਅਲੱਗ ਦਿਖਦੇ ਹਨ, ਇਹਨਾਂ ਦੇ ਜੋ ਨਿਆਰੇ ਨਿਆਰੇ ਅਲੱਗ-ਅਲੱਗ ਭੇਸ ਹਨ, ਸਭ ਤੇਰੀਆਂ ਅੱਖਾਂ ਤੇ ਪੜਦਾ ਪਿਆ ਹੋਇਆ ਹੈ। ਏਕੇ ਨੈਣ ਦੇਖ ਸਾਰਿਆਂ ਦੇ ਇੱਕੋ ਵਰਗੇ ਨੇਤਰ ਨੇ, ਏਕੈ ਕਾਨ ਇੱਕੋ ਵਰਗੇ ਕੰਨ ਨੇ, ਏਕੋ ਦੇਹ ਏਕੋ ਬਾਣ, ਇੱਕੋ ਜੀਆਂ ਸਾਰਿਆਂ ਦੇ ਦੋ ਹੱਥ ਨੇ, ਦੋ ਪੈਰ ਨੇ, ਇੱਕੋ ਜੇ ਸਾਰੇ ਮੁਖ ਤੋਂ ਹੀ ਬੋਲਦੇ ਨੇ। ਮਹਾਰਾਜ ਜੀ ਕਹਿੰਦੇ ਹਨ ਖਾਕ ਬਾਦ ਆਤਮ ਔਰ ਆਬ ਕੋ ਰਲਾਓ ਹੈ। ਆਬ ਜਲ ਇਤਿਆਦਿਕ ਅੱਗ ਇਤਿਆਦਿਕ ਸਾਧ ਸੰਗਤ ਜੀ ਮਿੱਟੀ, ਇਹ ਸਭ ਪੰਜਾਂ ਤੱਤਾਂ ਦੀਆਂ ਹਜੂਰ ਕਹਿੰਦੇ ਹਨ ਸਾਰਿਆਂ ਦੀਆਂ ਦੇਹਾਂ ਬਣੀਆਂ ਹਨ। ਅੱਲਾ ਅਪੇਖ ਸੋਈ ਪ੍ਰਾਣ ਔਰ ਕਰਾਨ ਉਹੀ, ਏਕ ਹੀ ਸਰੂਪ ਸਭੈ ਏਕ ਹੀ ਬਨਾਓ ਹੈ। ਮਹਾਰਾਜ ਜੀ ਕਹਿੰਦੇ ਹਨ ਸਭ ਵਿੱਚ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾ ਰਹੇ ਹਨ ਸਰਬ ਨਿਵਾਸੀ, ਕਿ ਅਕਾਲ ਪੁਰਖ ਵਾਹਿਗੁਰੂ ਹਰੇਕ ਦੇ ਵਿੱਚ ਨਿਵਾਸ ਕਰ ਰਿਹਾ ਹੈ। ਸਦਾ ਅਲੇਪਾ ਤੋਹੀ ਸੰਗ ਸਮਾਈ, ਤੇਰੇ ਨਾਲ ਹੀ ਸਦਾ ਵਸਦਾ ਹੈ। ਦੇਖ ਤੈਨੂੰ ਦਿਖਦਾ ਹੀ ਨਹੀਂ ਕਦੇ, ਕਾਹੇ ਰੇ ਬਨ ਖੋਜਣ ਜਾਈ। ਕਾਹਦੇ ਵਾਸਤੇ ਤੂੰ ਜੰਗਲ ਖੋਜਣ ਵਾਸਤੇ ਜਾ ਰਿਹਾ ਹੈ, ਦੇਹੀ ਨੂੰ ਦੁੱਖ ਦੇਣਾ ਹੈ। ਹਿਰਦੇ ਦੇ ਵਿੱਚ ਅਰਦਾਸ ਕਰਿਆ ਕਰ, ਜੇ ਪ੍ਰੇਮ ਨਹੀਂ ਉਪਜਦਾ ਹਜੂਰ ਦੇ ਅੱਗੇ ਲਿੜਕਲੀਆਂ ਲਿਆ ਕਰ, ਡੰਡੌਤ ਕਰਿਆ ਕਰ। ਮਹਾਰਾਜ ਜੀ ਜਿਸ ਤਰ੍ਹਾਂ ਆਪ ਗੁਰਮੁਖ ਦੱਸਦੇ ਹੋ ਗੁਰਬਾਣੀ ਵਿੱਚ ਕਿ ਗੁਰਮੁਖਾਂ ਨੂੰ ਐਸਾ ਪ੍ਰੀਤ ਹੁੰਦੀ ਹੈ, ਮਛਲੀ ਦੀ ਨਿਆਈ, ਚਕੋਰ ਦੀ ਨਿਆਈ, ਕਮਲ ਫੁੱਲ ਦੀ ਨਿਆਈ। ਮਹਾਰਾਜ ਜੀ ਸਾਨੂੰ ਕਿਉਂ ਨਹੀਂ ਐਸਾ ਪ੍ਰਤੀਤ ਹੁੰਦਾ? ਚਾਹੇ ਉੱਤੋਂ ਉੱਤੋਂ ਹੀ ਅਰਦਾਸ ਕਰਿਆ ਕਰ, ਪਰ ਹੱਥ ਜੋੜ ਕੇ ਹਜੂਰ ਨੂੰ ਆਪਣੇ ਮਨ ਦੀ ਗੱਲ ਦੱਸਿਆ ਕਰ। ਜੇ ਹਜੂਰ ਨੂੰ ਨਹੀਂ ਦੱਸਣੀ ਸਾਧ ਸੰਗਤ ਜੀ, ਹੋਰ ਫਿਰ ਕਿੱਥੇ ਦੱਸਾਂਗੇ? ਹਜੂਰ ਅੱਗੇ ਆਪਣੇ ਮਨ ਦੀ ਸਭ ਗੱਲ ਆ ਕੇ ਦੱਸ ਦਿਆ ਕਰ। ਮਹਾਰਾਜ ਜੀ ਮੈਨੂੰ ਤਾਂ ਮੇਰੇ ਗਵਾਂਢੀ ਮੇਰੇ ਦੁਸ਼ਮਣ ਲੱਗਦੇ ਨੇ, ਪਰ ਆਪ ਕਹਿੰਦੇ ਹੋ ਸਭ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ। ਹਜੂਰ ਮੈਨੂੰ ਨਹੀਂ ਦਿਖਦਾ, ਜਦੋਂ ਮੈਂ ਕਿਸੇ ਨੂੰ ਧੋਖਾ ਦਿੰਦਾ ਹਾਂ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਵੀ ਮੈਂ ਵਸਦਾ ਹਾਂ। ਮਹਾਰਾਜ ਜੀ ਜਮਾ ਵੀ ਨਹੀਂ ਦਿਖਾਈ ਦਿੰਦੇ। ਮਹਾਰਾਜ ਜੀ ਜਦੋਂ ਠੱਗੀ ਮਾਰਨੀ ਹੁੰਦੀ ਹੈ ਮੈਂ ਤਾਂ ਆਪ ਦਾ ਸਵਾਰਥ ਦੇਖਦਾ ਹਾਂ। ਮਹਾਰਾਜ ਜੀ ਜਦੋਂ ਭਾਵ ਗਿਆਨ ਦੇ ਬਚਨ ਵੀ ਕਥਨ ਕਰ ਕਰਕੇ ਗਿਆਨੀ ਬਣ ਤੁਹਾਨੂੰ ਹੀ ਦਿਖਾਉਣਾ ਹੈ। ਮਹਾਰਾਜ ਜੀ ਸਭ ਵਿੱਚ ਤੁਸੀਂ ਵਸਦੇ ਹੋ, ਅਰਦਾਸ ਕਰਿਆ ਕਰੀਏ ਹਜੂਰ ਅੱਗੇ। ਮਹਾਰਾਜ ਜੀ ਸਾਨੂੰ ਆਪ ਕਿਉਂ ਨਹੀਂ ਨਜ਼ਰ ਆਉਂਦੇ? ਕਾਹੇ ਰੇ ਬਨ ਖੋਜਨ ਜਾਈ। ਜਿਸ ਤਰ੍ਹਾਂ ਸਾਧ ਸੰਗਤ ਜੀ ਭਗਤ ਕਬੀਰ ਜੀਆਂ ਪਾਸ ਇੱਕ ਬਨਵਾਸੀ ਆ ਜਾਂਦਾ ਹੈ, ਜਿਸ ਤਰ੍ਹਾਂ ਸਾਧ ਸੰਗਤ ਜੀ ਭਗਤ ਕਬੀਰ ਜੀ ਉਸ ਸਮੇਂ ਬਚਨ ਅਲਾਉਂਦੇ ਹਨ,
ਜਿਸ ਸਮੇਂ ਭਗਤ ਜੀਆਂ ਨੂੰ ਕਹਿੰਦਾ ਹੈ ਸਾਡਾ ਮਤ ਭਲਾ ਹੈ, ਸਾਡਾ ਮਤ ਤੁਸੀਂ ਅਪਣਾ ਲਵੋ। ਭਗਤ ਜੀ ਕਹਿੰਦੇ ਹਨ ਗ੍ਰਹਿ ਤਜ ਬਨਖੰਡ ਜਾਈਐ ਚੁਨ ਖਾਈਐ ਕੰਦਾ, ਕਿ ਘਰ ਨੂੰ ਛੱਡ ਕੇ ਜੇ ਜੰਗਲਾਂ ਵਿੱਚ ਚਲੇ ਜਾਈਏ, ਕੰਦ ਮੂਲ ਭਾਵ ਗਾਜਰਾਂ ਮੂਲੀਆਂ ਆਦਿਕ ਜੰਗਲ ਵਿੱਚੋਂ ਪੁੱਟ ਕੇ ਖਾ ਲਈਏ, ਅਜੂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਜਿਸ ਤਰ੍ਹਾਂ ਉਹਦੇ ਮਨ ਦੀ ਹਾਲਤ ਜਾਣ ਕੇ ਭਗਤ ਜੀਆਂ ਨੇ ਫਰਮਾਇਆ ਸੀ ਜੇ ਹਜੇ ਵੀ ਮਨ ਦੇ ਵਿੱਚ ਵਿਸ਼ੇ ਨੇ, ਭਾਵ ਕਿ ਜੇ ਤੈਨੂੰ ਵਿਕਾਰ ਨਹੀਂ ਛੱਡਦੇ, ਇਹ ਮਨ ਦੇਖ ਕਿੰਨਾ ਭੈੜਾ ਹੈ। ਜੇ ਸਾਧ ਸੰਗਤ ਜੀ ਭਗਤ ਜੀ ਕਹਿੰਦੇ ਹਨ ਅਰਦਾਸ ਕਰਿਆ ਕਰੀਏ। ਅਰਦਾਸ ਕਰਨ ਦੀ ਵਿਧੀ ਭਗਤ ਜੀ ਦੱਸਦੇ ਹਨ ਕਿਉਂ ਛੂਟੂ ਕੈਸੇ ਤਰੂੰ ਭਵਜਲ ਨਿਤ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਮਹਾਰਾਜ ਜੀ ਕਿਵੇਂ ਛੁੱਟਿਆ ਜਾਵੇ, ਕਿਵੇਂ ਤਰਿਆ ਜਾਵੇ। ਮਹਾਰਾਜ ਜੀ ਰੱਖ ਲੋ, ਹਾਂ ਹਾਂ ਪ੍ਰਭ ਰਾਖ ਲਿਓ, ਹਾਂਜੀ ਹਾਂਜੀ ਮਹਾਰਾਜ ਰੱਖ ਲੋ। ਹੌੜੇ ਨੇ ਮਹਾਰਾਜ ਜੀ ਜੋਦੜੀ ਕਰਦੇ ਹਾਂ ਤੁਹਾਡੇ ਅੱਗੇ। ਇਹ ਭਗਤ ਜੀ ਸਾਨੂੰ ਵੱਲ ਸਿਖਾਉਂਦੇ ਨੇ ਜੇ ਹਿਰਦੇ ਵਿੱਚ ਪ੍ਰੇਮ ਨਹੀਂ ਉਪਜਿਆ, ਕਾਹੇ ਰੇ ਬਨ ਖੋਜਣ ਜਾਈ। ਕਾਹਦੇ ਵਾਸਤੇ ਤੂੰ ਸੋਚਦਾ ਹੈ ਜੰਗਲਾਂ ਨੂੰ ਖੋਜਿਆ ਤੈਨੂੰ ਪ੍ਰਾਪਤੀ ਹੋ ਜਾਵੇਗੀ। ਜੇ ਹਜੇ ਵੀ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ ਤਾਂ ਹਜੂਰ ਅੱਗੇ ਅਰਦਾਸ ਕਰਿਆ ਕਰ। ਅਤੇ ਸਾਧ ਸੰਗਤ ਜੀ ਇਹ ਜੰਗਲ ਵਿੱਚ ਜਾਣਾ ਵੀ ਮਾੜੀ ਗੱਲ ਨਹੀਂ ਹੈ। ਜਿਸ ਤਰ੍ਹਾਂ ਵਾਹਿਗੁਰੂ ਕਹਿਣ ਤੋਂ ਭਾਵ ਹੈ ਕਿ ਸਿਮਰਨ, ਜਿਸ ਤਰ੍ਹਾਂ ਕਈ ਗੁਰਸਿੱਖ ਇਕਾਂਤ ਵਿੱਚ ਵੀ ਨਿਯਮ ਹੈ ਪਹਿਲੇ ਪੈਰ ਕਿ ਸ਼ੋਰ ਦੇ ਵਿੱਚ ਮਨ ਨਹੀਂ ਲੱਗਦਾ, ਤਾਂ ਸਾਧ ਸੰਗਤ ਜੀ ਗੁਰਸਿੱਖ ਇਕਾਂਤ ਭਾਲਦੇ ਨੇ। ਭਾਵ ਮਹਾਰਾਜ ਜੀਆਂ ਨੇ ਦੱਸਿਆ ਹੈ ਜਿਸ ਤਰ੍ਹਾਂ ਰੇ ਮਨ ਐਸੋ ਕਰ ਸੰਨਿਆਸਾ, ਬਣਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਆਪਣੇ ਘਰ ਨੂੰ ਹੀ ਜੰਗਲ ਦੀ ਨਿਆਈ ਸਮਝ ਕੇ ਆਪਣੇ ਮਨ ਵਿੱਚ ਹੀ ਉਪਰਾਮ ਹੋ ਜਾ। ਇਹ ਜਗ ਸਭ ਨਾਸ਼ਵੰਤ ਦੇਖ ਲਾ, ਤੇਰੇ ਨਾਲ ਕਿਸੇ ਨੇ ਨਹੀਂ ਜਾਣਾ। ਜੋ ਸੰਸਾਰ ਕੇ ਮਿੱਤਰ ਭਾਈ ਕੁਟੰਬ ਦੀਸੈ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ। ਜੋ ਵੀ ਤੈਨੂੰ ਦਿਖਦੇ ਹਨ ਨਾ ਕਿ ਇਹ ਮੇਰੇ ਮਿੱਤਰ ਨੇ, ਇਹ ਰਿਸ਼ਤੇਦਾਰ ਨੇ, ਸਭ ਆਪਣੇ ਸਵਾਰਥ ਕਰਕੇ ਤੈਨੂੰ ਮਿਲਦੇ ਨੇ। ਜਿਤ ਦਿਨ ਉਨਕਾ ਸੁਆਏ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਜਿੱਦਣ ਉਹਨਾਂ ਨੂੰ ਲੱਗਦਾ ਹੈ ਨਾ ਇਹ ਗਰੀਬ ਹੋ ਗਿਆ ਹੈ, ਇਹਦੇ ਪਾਸ ਸਾਨੂੰ ਹੋਰ ਕੋਈ ਕੰਮ ਨਹੀਂ, ਤਾਂ ਸਾਧ ਸੰਗਤ ਜੀ ਫੋਨ ਵੀ ਨਹੀਂ ਚੱਕਿਆ ਕਰਦੇ। ਇਹ ਮਹਾਰਾਜ ਜੀਆਂ ਦੀ ਗੁਰਬਾਣੀ ਦਾ ਕਥਨ ਹੈ। ਉਸ ਦਿਨ ਕੋਈ ਨੇੜੇ ਵੀ ਨਹੀਂ ਢੁਕਦਾ ਜਦੋਂ ਲੋੜ ਪਵੇ। ਮਹਾਰਾਜ ਜੀ ਕਹਿੰਦੇ ਹਨ ਦੇਖ ਘਰ ਦੇ ਵਿੱਚ ਹੀ ਉਪਰਾਮ ਹੋ ਜਾ, ਵਰਤਿਆ ਸਭ ਨਾਲ ਕਰਿਆ ਕਰ, ਪਰ ਤੂੰ ਇਹਨਾਂ ਚੀਜ਼ਾਂ ਵਿੱਚ ਹੀ ਉਲਝ ਜਾਣਾ ਹੈ। ਵਾਹਿਗੁਰੂ ਦਾ ਨਾਮ ਵੀ ਜਪਿਆ ਕਰ। ਸਰਬ ਨਿਵਾਸੀ ਸਦਾ ਅਲੇਪਾ। ਅਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਆ ਰਿਹਾ ਸੀ ਪਿੱਛੇ, ਹਰ ਸਿਮਰਨ ਬਹੁ ਮਾਹੇ ਅਕੇਲਾ, ਹਰ ਸਿਮਰਨ ਕੀ ਸਗਲੀ ਬੇਲਾ। ਜੋ ਵਾਹਿਗੁਰੂ ਦਾ ਨਾਮ ਜਪਦਾ ਹੈ ਨਾ, ਜਿੰਨੇ ਮਰਜੀ ਸ਼ੋਰ ਵਿੱਚ ਬੈਠਾ ਹੋਵੇ, ਰੌਲਾ ਪੈਂਦਾ ਹੋਵੇ, ਬਹੁਤਿਆਂ ਵਿੱਚ ਵੀ ਬੈਠਾ ਉਹ ਇਕੱਲਾ ਹੀ ਹੁੰਦਾ ਹੈ। ਇਸ ਤੋਂ ਭਾਵ ਹੈ ਮਗਨ ਭਇਓ ਪ੍ਰੇਮ ਮੈਂ ਸੂਧ ਨਾ ਸਿਮਰਤ ਅੰਗ। ਭਾਵ ਆਪਣੇ ਅੰਗਾਂ ਪ੍ਰਤੰਗਾਂ ਦੀ ਵੀ ਸੋਝੀ ਨਹੀਂ ਰਹਿੰਦੀ। ਗੁਰਸਿੱਖ ਐਸੇ ਸਮਾਧੇ ਲਾਉਂਦੇ ਨੇ, ਚਾਹੇ ਸੀਸ ਤੇ ਆਰਾ ਚੱਲਦਾ ਹੈ, ਕਹਿੰਦੇ ਹੈ ਮੁਹਿਆਰਾ ਪਿਆਰਾ ਲਗਤ ਹੈ, ਕਿਉਂਕਿ ਸੀਸ ਭਾਵ ਸਰੀਰ ਨੂੰ ਕੋਈ ਦਿੱਕਤ ਹੀ ਨਹੀਂ ਆਉਂਦੀ, ਸਰੀਰ ਦੀ ਸੋਝੀ ਨਹੀਂ ਹੈ, ਕਿਉਂਕਿ ਦੋਨੋਂ ਤਨ ਤੇ ਜਪਜੀ ਪੜੈ, ਦੋ ਸਰੀਰ ਫਾੜ ਹੋ ਜਾਂਦੇ ਨੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖ ਦੋਨਾਂ ਤਨਾਂ ਤੋਂ ਆਵਾਜ਼ ਆਉਂਦੀ ਹੈ, ਦੋਨੋਂ ਤਨ ਤੇ ਜਪਜੀ ਪੜੈ, ਹਿਰਤ ਸਭ ਕੈ ਅਚਰਜ ਬੜੈ। ਦੇਖ ਦੇਖ ਕੇ ਦੁਨੀਆ ਹੈਰਾਨ ਹੁੰਦੀ ਹੈ। ਦੋਨਾਂ ਤਨਾਂ ਚੋਂ ਆਵਾਜ਼ ਆਉਂਦੀ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸੇ ਤਰ੍ਹਾਂ ਜੇ ਅਰਥ ਕੀਤੇ ਜਾਣ, ਕਾਹੇ ਰੇ ਬਨ ਖੋਜ, ਭਾਵ ਖੋਜਣ ਜਾਈ। ਬਨ ਸਾਧ ਸੰਗਤ ਜੀ ਸਰੀਰ ਨੂੰ ਵੀ ਕਹਿੰਦੇ ਨੇ, ਅਤੇ ਜੇ ਖੋਜਣ ਦੇ ਨੰਨਾ ਅਲੱਗ ਕਰ ਦਿੱਤਾ ਜਾਵੇ, ਕਾਹੇ ਰੇ ਬਨ ਖੋਜ ਨਾ ਜਾਈ। ਹੇ ਮਣਾ ਤੂੰ ਕਾਹਦੇ ਵਾਸਤੇ, ਰੇ ਤੋਂ ਭਾਵ ਹੈ ਹਜੂਰ ਸਿੱਧਾ ਸਾਨੂੰ ਸੰਬੋਧਿਤ ਹੋ ਕੇ ਕਹਿ ਰਹੇ ਨੇ, ਸਾਡੇ ਗਰੀਬਾਂ ਤੇ ਕਿਰਪਾ ਕਰ ਰਹੇ ਨੇ। ਹਜੂਰ ਕਹਿ ਰਹੇ ਨੇ ਕਾਹੇ ਰੇ ਬਨ ਖੋਜ ਨਾ ਜਾਈ। ਬਾਹਰ ਤਾਂ ਤੂੰ ਦੇਖ ਸਭ ਕੁਝ ਭਾਵ ਖੋਜ ਰਿਹਾ ਹੈ, ਜੰਗਲ ਆਦਿਕ, ਜੋ ਬਨ ਤੇਰਾ ਇਹ ਸਰੀਰ ਹੈ, ਖੋਜ ਨਾ ਜਾਈ। ਇਹਨੂੰ ਖੋਜਣ ਵਾਸਤੇ ਤੂੰ ਕਿਉਂ ਨਹੀਂ ਤੁਰਦਾ। ਜਿਸ ਤਰ੍ਹਾਂ ਸਾਧ ਸੰਗਤ ਜੀ ਭਗਤ ਪੀਪਾ ਜੀ ਸੀ, ਭਗਤ ਪੀਪਾ ਜੀਆਂ ਦੇ ਜਿਸ ਸਮੇਂ ਉਹਨਾਂ ਦੇ ਗੁਰੂ ਰਾਮਾਨੰਦ ਜੀਆਂ ਤੋਂ ਉਪਦੇਸ਼ ਲਿਆ ਸੀ ਕਿ ਪੁੱਛਿਆ ਸੀ ਕਾਲ ਪੁਰਖ ਵਾਹਿਗੁਰੂ ਕਿੱਥੇ ਵਸਦਾ ਹੈ। ਗੁਰੂਆਂ ਨੇ ਉਪਦੇਸ਼ ਦਿੱਤਾ ਸੀ ਭਗਤ ਰਾਮਾਨੰਦ ਜੀਆਂ ਨੇ, ਜੋ ਕਾਲ ਪੁਰਖ ਵਾਹਿਗੁਰੂ ਹੈ ਉਹ ਜੋ ਸੰਤ ਮਹਾਤਮਾ ਹੈ ਉਹਨਾਂ ਦੇ ਨੇਤਰਾਂ ਵਿੱਚ ਵਸਦਾ ਹੈ, ਉਹਨਾਂ ਦੀ ਰਸਨਾ ਤੇ ਵਸਦਾ ਹੈ,
ਉਹਨਾਂ ਦੀ ਚਰਨਾਂ ਦੀ ਧੂੜੀ ਵਿੱਚ ਵਸਦਾ ਹੈ। ਇਤਿਆਦਿਕ ਜਦੋਂ ਉਪਦੇਸ਼ ਦਿੱਤਾ, ਭਗਤ ਜੀਆਂ ਨੇ ਉਸ ਸਮੇਂ ਜਿਸ ਤਰ੍ਹਾਂ ਫਰਮਾਇਆ ਸੀ, ਨਾ ਕਿਛ ਆਇਬੋ ਨਾ ਕਿਛ ਜਾਇਬੋ, RAM ਕੀ ਦੁਹਾਈ। ਕਹਿੰਦੇ ਹਨ, ਨਾ ਹੀ ਕੋਈ ਜਨਮ ਲੈ ਕੇ ਆ ਰਿਹਾ ਹੈ, ਨਾ ਹੀ ਕੋਈ ਜਾ ਰਿਹਾ ਹੈ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਦੁਹਾਈ ਫੇਰੀ ਹੋਈ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਭਾਵ ਜੋ ਇਹ ਬ੍ਰਹਮੰਡ ਵਿੱਚ ਤੈਨੂੰ ਨਜ਼ਰ ਆ ਰਿਹਾ ਹੈ, ਉਹ ਸਭ ਤੇਰੇ ਇਸ ਪਿੰਡੇ ਸਰੀਰ ਦੇ ਵਿੱਚ ਹੈ। ਜੋ ਖੋਜੈ ਸੋ ਪਾਵੈ, ਜੋ ਅੰਦਰ ਦੀ ਖੋਜ ਕਰਦਾ ਹੈ ਉਹ ਪਾ ਲੈਂਦਾ ਹੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਪਰ ਕਹਿੰਦੇ ਹਨ, ਜੋ ਇਹ ਪਰਮ ਤਤ ਹੈ, ਇਹ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਹੀ ਪਤਾ ਲੱਗਦਾ ਹੈ। ਪਰ ਸਾਧ ਸੰਗਤ ਜੀ, ਜੇ ਆਪਣੇ ਵੱਲ ਨਿਗਾਹ ਮਾਰੀ ਜਾਵੇ, ਮਹਾਰਾਜ ਜੀ ਕਿਰਪਾ ਕਰੋ, ਸ਼ਬਦ ਸੁਰਤ ਭਵ ਸਾਗਰ ਤਰੀਏ ਤੁਸੀਂ ਕਹਿੰਦੇ ਹੋ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਸ਼ਬਦ ਸੁਰਤ ਕਿਵੇਂ ਜੋੜਨੀ ਹੈ। ਗੁਰਸਿੱਖਾਂ ਦੇ ਘਰਾਂ ਵਿੱਚ, ਹਜੂਰ ਆਪ ਜੀਆਂ ਦੇ ਸਿੱਖ ਪਰਿਵਾਰਾਂ ਵਿੱਚ ਜਨਮ ਹੋਏ ਨੇ, ਪਤਾ ਹੀ ਨਹੀਂ ਮਹਾਰਾਜ ਜੀ ਨਾਮ ਕਿਵੇਂ ਜਪੀਦਾ ਹੈ। ਵਿਧੀਆਂ ਹੀ ਪੁੱਛੀ ਜਾਈਦੀਆਂ ਨੇ, ਜਿੱਥੋਂ ਵੀ ਪਤਾ ਲੱਗੇ ਆ ਸਵਾਸ ਗਰਾਸ ਹੁੰਦਾ ਹੈ, ਇਹ ਢਿੱਡ ਬਾਹਰ ਨੂੰ ਸਾਹ ਕੱਢੀ ਦੇਣ, ਪਰ ਮਹਾਰਾਜ ਜੀ ਕੁਝ ਪੱਲੇ ਨਹੀਂ ਪੈਂਦਾ। ਅਰਦਾਸ ਕਰੀਏ ਹਜੂਰ ਅੱਗੇ। ਸਰਬ ਨਿਵਾਸੀ ਸਦਾ ਅਲੇਪਾ, ਜੋ ਸਰਬ ਨਿਵਾਸੀ ਸਦਾ ਅਲੇਪਾ, ਜਿਸ ਤਰ੍ਹਾਂ ਖਾਲਸਾ ਜੀ ਸਰਬੇ ਏਕ ਅਨੇਕੇ ਸੁਆਮੀ, ਸਭ ਕਟ ਭੋਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਫਰਮਾਉਂਦੇ ਹਨ, ਦੇਖ ਉਹ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਹਨ, ਤੇਰੇ ਹੱਥ ਤੋਂ ਵੀ ਨੇੜੇ ਹੈ। ਜੇ ਤੂੰ ਕਿਸੇ ਰਿਸ਼ਤੇਦਾਰਾਂ ਨੂੰ ਫੋਨ ਕਰੇਗਾ, ਉਹਨਾਂ ਨੂੰ ਵੀ ਆਉਣ ਨੂੰ ਟਾਈਮ ਲੱਗਣਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਜਿਸ ਤਰ੍ਹਾਂ ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਕਿ ਤੇਰੀ ਸਾਹ ਰਗ ਤੋਂ ਵੀ ਨੇੜੇ ਹੈ। ਮਹਾਰਾਜ ਜੀ ਦੇਖ ਤੇਰੇ ਇੰਨੇ ਲਾਗੇ ਵਸਦੇ ਨੇ, ਤੇਰੇ ਅੰਦਰ ਹੀ ਅਕਾਲ ਪੁਰਖ ਵਾਹਿਗੁਰੂ ਦਾ ਵਾਸ ਹੈ। ਕਾਹੇ ਰੇ ਬਨ ਖੋਜ ਨਾ ਜਾਈ, ਭਾਵ ਤੂੰ ਇਸ ਸਰੀਰ ਨੂੰ ਖੋਜਣ ਵਾਸਤੇ ਕਿਉਂ ਨਹੀਂ ਤੁਰਦਾ। ਮਹਾਰਾਜ ਜੀ ਕਹਿੰਦੇ ਹਨ, ਦੇਖ ਤੇਰੇ ਅੰਦਰ ਹੀ ਅਕਾਲ ਪੁਰਖ ਵਸਦਾ ਹੈ। ਤੋਹੀ ਸੰਗ ਸਮਾਈ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਦੇਖ ਦੋ ਕਾਲ, ਭਾਵ ਜਿਹੜਾ ਤੇਰਾ ਮਾੜਾ ਸਮਾਂ ਹੈ, ਪ੍ਰਣਾਸੀ ਜੋ ਨਾਸ਼ ਕਰ ਦਿੰਦਾ ਹੈ ਤੇਰੇ ਤੇ ਆਇਆ ਹੋਇਆ ਮਾੜਾ ਸਮਾਂ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਦਇਆ ਦਾ ਤਾਂ ਸਰੂਪ ਹੈ, ਦਇਆ ਦਾ ਤਾਂ ਘਰ ਹੈ। ਹਜੂਰ ਨੂੰ ਜਿੰਨੀਆਂ ਮਰਜ਼ੀ ਸਾਧ ਸੰਗਤ ਜੀ ਗਲਤੀਆਂ ਕਰ ਆਈਏ, ਮਹਾਰਾਜ ਜੀ ਅੱਗੇ ਆ ਕੇ ਜੇ ਢਹਿ ਪਈਏ, ਮਹਿਸੂਸ ਕਰੀਏ ਮਹਾਰਾਜ ਜੀ ਗਲਤੀ ਹੋ ਗਈ ਹੈ, ਤਾਂ ਹਜੂਰ ਆਪਣੀ ਛਾਤੀ ਨਾਲ ਲਾ ਕੇ ਕਹਿ ਲੈਂਦੇ ਨੇ, ਅੱਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਹਜੂਰ ਇਹ ਨਹੀਂ ਕਹਿੰਦੇ ਤੈਨੂੰ ਸਜ਼ਾ ਮਿਲੇਗੀ, ਮਹਾਰਾਜ ਜੀ ਕਹਿੰਦੇ ਹਨ, ਅੱਗੇ ਹੁਣ ਤੋਂ ਨਾਮ ਜਪਣਾ ਸ਼ੁਰੂ ਕਰ ਦੇ, ਪਿੱਛੇ ਜੋ ਰਹਿ ਗਿਆ ਰਹਿ ਗਿਆ, ਅੱਜ ਤੋਂ ਹੀ ਸਮਝ ਜਾ। ਅਤੇ ਮਹਾਰਾਜ ਜੀ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਐਸੀ ਵਿਭੂਤੀ ਦੇ ਦੇਣ ਵਾਲੇ ਹਨ ਜੋ ਕਦੇ ਨਾਸ ਨਹੀਂ ਹੁੰਦੀ। ਐਸਾ ਨਾਮ ਹਿਰਦੇ ਵਿੱਚ ਵਸਾ ਦਿੰਦੇ ਹਨ, ਸਦਾ ਤੇਰੇ ਅੰਗ ਸੰਗ ਵਸਦੇ ਹਨ। ਰਹਾਉ ਵਿਸ਼ਰਾਮ ਦੇ ਕੇ ਹਜੂਰ ਹੁਣ ਜਿਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀ ਫਰਮਾ ਰਹੇ ਹਨ, ਜਿਸ ਤਰ੍ਹਾਂ ਪੁੱਛਿਆ ਸੀ, ਫਿਰ ਉਹਨਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਕਾਲ ਪੁਰਖ ਵਾਹਿਗੁਰੂ ਦਾ ਸਰੂਪ ਕੈਸਾ ਹੈ, ਉਸ ਨੂੰ ਕਿਸ ਤਰ੍ਹਾਂ ਜਾਣਿਆ ਜਾਵੇ, ਹਜੂਰ ਕਿਰਪਾ ਕਰਦੇ ਨੇ। ਪੋਹਪ ਮਦ ਜਿਉ ਬਾਸ ਬਸਤ ਹੈ, ਮਹਾਰਾਜ ਜੀ ਫਰਮਾ ਰਹੇ ਹਨ, ਦੇਖ ਜਿਸ ਤਰ੍ਹਾਂ ਫੁੱਲਾਂ ਦੇ ਵਿੱਚ ਬਾਸ ਸੁਗੰਧੀ ਵਸਦੀ ਹੈ, ਮੁਕਰ ਮਾਹੇ ਜੈਸੇ ਛਾਈ, ਜਿਸ ਤਰ੍ਹਾਂ ਤੂੰ ਸ਼ੀਸ਼ੇ ਦੇ ਅੱਗੇ ਖੜਦਾ ਹੈ ਤੇ ਤੈਨੂੰ ਆਪਣੀ ਪਰਛਾਈ ਦਿਖਦੀ ਹੈ, ਤੈਸੇ ਹੀ ਹਰ ਬਸੇ ਨਿਰੰਤਰ। ਇਸੇ ਤਰ੍ਹਾਂ ਹਜੂਰ ਫਰਮਾ ਰਹੇ ਹਨ, ਤੈਸੇ ਹੀ ਹਰ ਬਸੈ ਨਿਰੰਤਰ। ਇੱਕ ਰਸ ਅਕਾਲ ਪੁਰਖ ਵਾਹਿਗੁਰੂ ਤੇਰੇ ਵਿੱਚ ਵਸ ਰਿਹਾ ਹੈ। ਕਿਉਂਕਿ ਸਾਧ ਸੰਗਤ ਜੀ ਜਿਹੜੇ ਫੁੱਲ ਹਨ, ਭਾਵ ਜਦੋਂ ਫੁੱਲਾਂ ਦੀ ਜੋ ਸੁਗੰਧੀ ਹੈ ਉਹ ਕਦੇ ਦਿਖਿਆ ਨਹੀਂ ਕਰਦੀ, ਪਰ ਉੱਥੇ ਹੁੰਦੀ ਹੈ। ਜੇ ਕੋਈ ਕਵੇ ਮੈਂ ਸੁਗੰਧੀ ਫੜਨੀ ਹੈ, ਇਹ ਤਾਂ ਮੂਰਖਤਾ ਵਾਲੀ ਗੱਲ ਹੈ। ਜਿਸ ਤਰ੍ਹਾਂ ਗਧਾ ਹੁੰਦਾ ਹੈ, ਗਧੇ ਦੇ ਉੱਪਰ ਜੇ ਚੰਦਨ ਲਾ ਦਿੱਤੀ ਜਾਵੇ ਤਾਂ ਵੀ ਸਵਾਹ ਵਿੱਚ ਲੇਟਦਾ ਹੈ, ਕਿਉਂਕਿ ਉਹਦੀਆਂ ਨਾਸਾਂ ਵਿੱਚ ਸੁੰਘਣ ਦੀ ਉਹਨੂੰ ਸੁੰਘਣ ਦੀ ਉਹਦੇ ਵਿੱਚ ਉਹ ਗੁਣ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਕਈ ਵਾਰ ਮਨ ਵਿੱਚ ਪ੍ਰਸ਼ਨ ਹੁੰਦਾ ਹੈ, ਜੇ ਵਾਹਿਗੁਰੂ ਹੁੰਦਾ ਤਾਂ ਮੈਨੂੰ ਬਚਾ ਨਾ ਲੈਂਦਾ। ਹਜੂਰ ਕਹਿੰਦੇ ਹਨ, ਦੇਖ ਤੇਰੇ ਨਾਲ ਵਸਦਾ ਹੈ, ਪਰ ਤੇਰੇ ਇਹ ਨੱਕ ਦੇ ਵਿੱਚ ਸੁੰਘਣ ਦੀ ਗਧੇ ਦੀ ਨਿਆਈ ਤੇਰੇ ਵਿੱਚ ਸੋਝੀ ਨਹੀਂ ਹੈਗੀ। ਤੂੰ ਸਦਾ ਕਟਾਕਸ਼ ਦੇ ਬਚਨ ਕਰਦਾ ਹੈ, ਜਦੋਂ ਪਾਪ ਕਰਦਾ ਹੈ ਹੱਥ ਮਾਰ ਕੇ ਕਹਿੰਦਾ ਹੈ, ਦੇਖੋ ਮੈਂ ਆਪ ਪਾਪ ਕੀਤਾ ਹੈ, ਕਿਉਂਕਿ ਮਨ ਦੇ ਵਿੱਚ ਤਾਂ ਤੈਨੂੰ ਐਂ ਲੱਗਦਾ ਹੈ ਮੈਨੂੰ ਕਿਹੜਾ ਕੋਈ ਦੇਖ ਰਿਹਾ ਹੈ, ਪਾਪ ਕਰਕੇ ਕਹਿ ਦਿੰਦਾ ਹੈ। ਪਰ ਮਹਾਰਾਜ ਜੀ ਫਰਮਾਉਂਦੇ ਹਨ, ਨਰ ਅਚੇਤ ਪਾਪ ਤੇ ਡਰ ਰੇ, ਇਹਨੇ ਕੀਤੇ ਹੋਏ ਅਚੇਤ ਪਾਪਾਂ ਤੋਂ ਵੀ ਡਰਿਆ ਕਰ,
ਹਜੂਰ ਕਿਉਂ ਡਰਿਆ ਕਰੀਏ? ਮਹਾਰਾਜ ਜੀ ਕਹਿੰਦੇ ਹਨ, ਮਣਾ ਲੇਖਾ ਦੇਣਾ ਪੈਂਦਾ ਹੈ। ਇਹ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਤੈਨੂੰ ਤੱਕ ਰਿਹਾ ਹੈ। ਜਿਸ ਤਰ੍ਹਾਂ ਫੁੱਲਾਂ ਦੇ ਵਿੱਚ ਸੁਗੰਧੀ ਹੈ, ਪਰ ਇਸ ਤਰ੍ਹਾਂ ਮੁਕਰ ਮਾਹੇ ਜੈਸੇ ਸ਼ਾਹੀ ਸ਼ੀਸ਼ੇ ਦੇ ਵਿੱਚ ਜਦੋਂ ਪ੍ਰਤੀਬੰਬ ਦੇਖਦਾ ਹੈ ਕਿ ਸਾਧ ਸੰਗਤ ਜੀ ਸ਼ੀਸ਼ੇ ਦੇ ਵਿੱਚ ਜੇ ਕਵੇ ਕਿ ਮੈਂ ਆਪਣਾ ਆਪ ਨੂੰ ਪਕੜਨਾ ਹੈ, ਪਕੜਿਆ ਨਹੀਂ ਜਾਂਦਾ, ਪਰ ਉੱਥੇ ਪਰਛਾਈ ਹੁੰਦੀ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਸਾਧ ਸੰਗਤ ਜੀ ਸ਼ੀਸ਼ੇ ਵੀ ਜਿਸ ਤਰ੍ਹਾਂ ਦੱਸਿਆ ਜਾਂਦੇ ਹਨ, ਇੱਕ ਜਮਾ ਹੀ ਧੁੰਦਲਾ ਸ਼ੀਸ਼ਾ ਹੁੰਦਾ ਹੈ, ਉਹਦੇ ਵਿੱਚ ਨਾ ਤਾਂ ਆਪਣਾ ਆਪ ਦਿਖਦਾ ਹੈ ਤੇ ਨਾ ਹੀ ਸਾਨੂੰ ਦੂਸਰੇ ਦਿਖਦੇ ਹਨ, ਦੂਜਿਆਂ ਵਿੱਚ ਵਾਹਿਗੁਰੂ ਦਿਸਦਾ ਹੈ। ਇਸੇ ਤਰ੍ਹਾਂ ਥੋੜਾ ਜਿਹਾ ਜੇ ਸਾਫ਼ ਹੋਵੇ ਤਾਂ ਆਪਣਾ ਆਪ ਵੀ ਦਿਖਦਾ ਹੈ, ਤੇ ਭਾਵ ਜੇ ਜਮਾ ਸਾਫ਼ ਸ਼ੀਸ਼ਾ ਹੋਵੇ ਫਿਰ ਮਹਾਰਾਜ ਜੀ ਕਹਿੰਦੇ ਹਨ ਸਭ ਕੁਝ ਦਿਖਦਾ ਹੈ। ਜਮਾ ਸਾਫ਼ ਸ਼ੀਸ਼ੇ ਤੋਂ ਭਾਵ ਜਿਨ੍ਹਾਂ ਦੇ ਮਨ ਸ਼ੁੱਧ ਹੋ ਗਏ ਨੇ, ਅਤੇ ਜਿਹੜਾ ਐ ਮੋਟਾ ਸ਼ੀਸ਼ਾ ਹੈ ਉਹ ਜਿਹੜੇ ਪਾਪੀ ਨੇ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਪਹਿਲਾਂ ਉਹ ਕਰਮ ਕਰਦੇ ਨੇ ਖੋਟੇ ਤੇ ਅਖੀਰਲੀ ਸਮਾਂ ਵਿੱਚ ਉਹਨਾਂ ਨੂੰ ਦੁੱਖ ਭੋਗਣੇ ਪੈਂਦੇ ਨੇ। ਘਟ ਹੀ ਖੋਜੋ ਭਾਈ। ਮਹਾਰਾਜ ਜੀ ਕਹਿੰਦੇ ਹਨ, ਹੇ ਭਾਈਓ, ਹੇ ਸੱਜਣੋ, ਹੇ ਗੁਰਸਿੱਖੋ, ਹੇ ਸਾਧੂ ਜਣਾ ਮਹਾਤਮੋ, ਆਪਣੇ ਅੰਦਰ ਹੀ ਖੋਜੋ। ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ, ਬੰਦੇ ਖੋਜ ਦਿਲ ਹਰ ਰੋਜ਼। ਮਹਾਰਾਜ ਜੀ ਫਰਮਾਉਂਦੇ ਹਨ, ਹਰ ਰੋਜ਼ ਆਪਣੇ ਦਿਲ ਦੇ ਅੰਦਰ ਝਾਤੀ ਮਾਰਿਆ ਕਰ ਸ਼ਾਮ ਨੂੰ, ਕਿ ਦੇਖਿਆ ਕਰ ਅੱਜ ਮੈਂ ਕਿੰਨਿਆਂ ਨੂੰ ਭੈੜਾ ਬੋਲਿਆ ਹੈ, ਕਿੰਨਿਆਂ ਨੂੰ ਉੱਚਾ ਬੋਲਿਆ ਹੈ। ਸਾਧ ਸੰਗਤ ਜੀ ਗੁਰਸਿੱਖ ਹੁੰਦੇ ਹਨ, ਗੁਰਮੁਖ ਬੋਲ ਬੋਲਦੇ ਮਿੱਠਾ, ਸਦਾ ਹੀ ਮੁਖ ਤੋਂ ਮਿੱਠੇ ਬਚਨ ਕਹਿੰਦੇ ਨੇ। ਕਦੇ ਵਾਰੀ ਸਾਧ ਸੰਗਤ ਜੀ ਗੁਰਸਿੱਖਾਂ ਦੇ ਦਰਸ਼ਨ ਕਰਕੇ ਜਦੋਂ ਗੱਲਬਾਤ ਕਰੀਏ ਐਦਾਂ ਲੱਗਦਾ ਹੈ ਕਿ ਠੰਡ ਪੈ ਗਈ, ਕਿਉਂਕਿ ਸਾਧ ਸੰਗਤ ਜੀ ਸਦਾ ਮਿੱਠੇ ਬੋਲ ਬੋਲਦੇ ਨੇ। ਮਹਾਰਾਜ ਜੀ ਕਹਿੰਦੇ ਹਨ, ਆਪਣੇ ਅੰਦਰ ਨੂੰ ਖੋਜਿਆ ਕਰ, ਫਿਰ ਕਦੇ ਤੈਨੂੰ ਕਦੇ ਪਰੇਸ਼ਾਨੀ ਨਹੀਂ ਆਵੇਗੀ। ਬਾਹਰ ਭੀਤਰ ਏਕੋ ਜਾਨੋ। ਮਹਾਰਾਜ ਜੀ ਕਹਿੰਦੇ ਹਨ, ਬਾਹਰ ਭਾਵ ਜਦੋਂ ਘਰ ਦੇ ਅੰਦਰ ਹੁੰਦਾ ਹੈ ਤੇ ਜਾਂ ਬਾਹਰ ਜਾਂ ਭੀਤਰ ਆਪਣੇ ਘਰ ਦੇ ਅੰਦਰ ਸਭ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦਾ ਤੇਜ ਪ੍ਰਤਾਪ ਵਰਤ ਰਿਹਾ ਹੈ। ਇਹੋ ਗੁਰ ਗਿਆਨ ਬਤਾਈ। ਮਹਾਰਾਜ ਜੀ ਇਹ ਕਿਹਨਾਂ ਨੇ ਦੱਸਿਆ ਹੈ? ਹਜੂਰ ਕਹਿੰਦੇ ਹਨ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਵੀ ਸਾਨੂੰ ਇਹ ਗਿਆਨ ਦਿੱਤਾ ਹੈ ਕਿ ਬਾਹਰ ਭੀਤਰ ਇੱਕੋ ਹੀ ਵਸ ਰਿਹਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਗੁਰਸਿੱਖ ਸਮਾਧੀ ਵਿੱਚ ਬੈਠਦੇ ਹਨ, ਜਿਨ੍ਹਾਂ ਨੂੰ ਪ੍ਰੇਮ ਲੱਗ ਜਾਂਦਾ ਹੈ, ਕੀ ਦੇਖਦੇ ਹਨ ਕਿ ਜਦੋਂ ਭੀਤਰ ਅੰਦਰ ਉਹਨਾਂ ਦੀ ਦ੍ਰਿਸ਼ਟੀ ਜਾਂਦੀ ਹੈ, ਅੰਦਰ ਵੀ ਉਹਨਾਂ ਨੂੰ ਇੱਕ ਰਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੁੰਦੇ ਹਨ। ਤੇ ਜੇ ਬਾਹਰ ਦੇਖਦੇ ਹਨ ਧਰਤੀ ਵੱਲ, ਦੁਨੀਆ ਦੇ ਲੋਕ ਉਹਨਾਂ ਨੂੰ ਬ੍ਰਹਮ ਗਿਆਨੀ ਸੰਤ ਕਹਿ ਕਹਿ ਕੇ ਸਾਰੀ ਸ੍ਰਿਸ਼ਟੀ ਉਹਨਾਂ ਦੇ ਚਰਨਾਂ ਤੇ ਝੁਕੀ ਹੁੰਦੀ ਹੈ। ਜੇ ਬਾਹਰ ਨਿਗਾਹ ਮਾਰਦੇ ਹਨ, ਅੰਦਰ ਨਿਗਾਹ ਮਾਰਦੇ ਹਨ, ਇੱਕ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਨਿਗਾਹ ਆਉਂਦਾ ਹੈ, ਭਾਵ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ। ਇਸ ਧਰਤੀ ਤੇ ਉਹ ਵੱਡੇ ਰਾਜੇ ਹੁੰਦੇ ਹਨ। ਬਾਹਰ ਭੀਤਰ ਏਕੋ ਜਾਨੋ, ਭਾਵ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਦੇਖਦੇ ਹਨ। ਜਨ ਨਾਨਕ ਬਿਨ ਆਪਾ ਚੀਨੈ। ਮਹਾਰਾਜ ਜੀ ਹੁਣ ਸਾਧ ਸੰਗਤ ਜੀ ਫਰਮਾ ਰਹੇ ਹਨ, ਕਹਿੰਦੇ ਹਨ ਕਿ ਬਿਨਾਂ ਆਪਣੇ ਆਪ ਚੀਨੇ, ਭਾਵ ਦੇਖ ਸਾਧ ਸੰਗਤ ਜੀ, ਜੇ ਦੂਸਰਿਆਂ ਦੇ ਕਮੀਆਂ ਦੇਖਣੀਆਂ ਹੋਣ ਤਾਂ ਉਹ ਬੜੀ ਛੇਤੀ ਨਜ਼ਰ ਆ ਜਾਂਦੀਆਂ ਹਨ, ਪਰ ਜਿੰਨਾ ਚਿਰ ਆਪਣੇ ਆਪ ਤੇ ਨਹੀਂ ਨਾ ਨਿਗਾਹ ਪੈਂਦੀ। ਮਹਾਰਾਜ ਜੀਆਂ ਦੇ ਸਾਧ ਸੰਗਤ ਜੀ ਜਦੋਂ ਪਹਿਲੇ ਪੈਰ ਨਾਮ ਜਪਣਾ ਕਰੀਏ, ਪਹਿਲਾਂ ਤਾਂ ਮਨ ਹੀ ਨਹੀਂ ਲੱਗਦਾ। ਪਹਿਲੇ ਪੈਰ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਇੱਧਰ ਉੱਧਰ ਦੇ ਫੁਰਨੇ, ਜੋ ਆਪਾਂ ਦੁਨਿਆਵੀ ਗੱਲਾਂ ਕਰਦੇ ਹਨ, ਕੰਮਾਂ ਵਿੱਚ ਧਿਆਨ ਹੁੰਦਾ ਹੈ। ਪਰ ਗੁਰਸਿੱਖ ਫਿਰ ਵੀ ਇਸ ਢੀਠ ਹੋਏ ਮਨ ਨੂੰ ਲਾਉਂਦੇ ਹਨ, ਨਹੀਂ ਮਣਾ, ਜੇ ਗੁਰੂ ਕਹਿੰਦੇ ਨੇ ਤਾਂ ਗੱਲ ਬਣੂਗੀ, ਹਜੂਰ ਕਿਰਪਾ ਕਰਨਗੇ, ਤੇਰੇ ਵੱਸ ਕੁਝ ਨਹੀਂ। ਅਰਦਾਸਾਂ ਕਰਦੇ ਨੇ ਜਦੋਂ ਪ੍ਰੇਮ ਲੱਗਾ ਹੋਵੇ, ਫਿਰ ਥੋੜੇ ਸਮੇਂ ਬਾਅਦ ਕੀ ਦੇਖਦੇ ਨੇ ਕਿ ਆਪਣੇ ਆਪ ਵਿੱਚ ਹੀ ਕਮੀਆਂ ਉਹਨਾਂ ਨੂੰ ਨਜ਼ਰ ਆਉਂਦੀਆਂ ਨੇ। ਉਹ ਫਿਰ ਸਾਧ ਸੰਗਤ ਜੀ ਅੰਦਰਲੀਆਂ ਅੱਖਾਂ ਜਾਗ ਪੈਂਦੀਆਂ ਨੇ, ਜਿਹੜੀਆਂ ਅੱਖਾਂ ਕਦੇ ਬਾਹਰ ਦੇਖਦੀਆਂ ਸੀ, ਫਿਰ ਉਹ ਅੰਦਰ ਦੇਖਦੀਆਂ ਨੇ। ਕੀ ਦੇਖਦੀਆਂ ਨੇ? ਦੇਖ ਮਣਾ, ਤੇਰੇ ਅੰਦਰ ਕੋਈ ਵੀ ਸ਼ੁਭ ਗੁਣ ਨਹੀਂ ਹੈਗਾ, ਤੇਰੇ ਅੰਦਰ ਕੁਝ ਵੀ ਨਹੀਂ ਹੈਗਾ, ਭਾਲਦਾ ਤੂੰ ਕੀ ਹੈ? ਪਰ ਸਾਧ ਸੰਗਤ ਜੀ ਫਿਰ ਨਾਮ ਜਪਦੇ ਨੇ, ਹੌਲੀ ਹੌਲੀ ਉਹਨਾਂ ਨੂੰ ਫਿਰ ਸਾਧ ਸੰਗਤ ਜੀ ਇੱਕ ਰਸ ਅਕਾਲ ਪੁਰਖ ਵਾਹਿਗੁਰੂ ਦਾ ਰਸ ਆਉਣ ਲੱਗ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਸੋ ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ। ਭਾਵ ਮਹਾਰਾਜ ਜੀ ਕਹਿੰਦੇ ਹਨ, ਜਿੰਨਾ ਚਿਰ ਤੂੰ ਅੰਦਰਲੀਆਂ ਅੱਖਾਂ ਨਾਲ ਨਹੀਂ ਵੇਖਦਾ, ਆਪਣੇ ਆਪ ਚੀਨੇ ਤੋਂ ਬਿਨਾ ਮਿਟੈ ਨਾ ਭ੍ਰਮ ਕੀ ਕਾਈ। ਭ੍ਰਮ ਕੀ ਕਾਈ। ਮਹਾਰਾਜ ਜੀ ਕਹਿੰਦੇ ਹਨ ਕਿ ਜੋ ਭ੍ਰਮ ਕੀ ਕਾਈ, ਜਿਹੜਾ ਇਹ ਭਰਮ ਤੇਰੀਆਂ ਅੱਖਾਂ ਤੇ ਪਿਆ ਹੋਇਆ ਹੈ,
ਇੱਕ ਮਿਟ ਨਹੀਂ ਸਕਦਾ। ਜਿਸ ਤਰ੍ਹਾਂ ਕਾਈ ਤੋਂ ਭਾਵ ਹੈ, ਜਿਸ ਤਰ੍ਹਾਂ ਸਾਧ ਸੰਗਤ ਜੀ ਕੋਈ ਤਲਾਬ ਹੋਵੇ, ਉਹਦੇ ਤੇ ਹਰੀ ਹਰੀ ਜੀ ਉੱਪਰ ਕਾਈ ਜੀ ਜੰਮ ਜਾਂਦੀ ਹੈ, ਪਰ ਥੱਲੇ ਪਾਣੀ ਹੁੰਦਾ ਹੈ। ਉਹ ਪਾਣੀ ਨਜ਼ਰ ਨਹੀਂ ਆਉਂਦਾ, ਐਂ ਲੱਗਦਾ ਹੈ ਜਿਵੇਂ ਘਾਹ ਹੋਵੇ। ਮਹਾਰਾਜ ਜੀ ਕਹਿੰਦੇ ਹਨ, ਜਿੰਨਾ ਚਿਰ ਤੂੰ ਆਪਣੇ ਆਪ ਨੂੰ ਨਹੀਂ ਚੀਣਦਾ, ਆਪਣੇ ਅੰਦਰ ਨਹੀਂ ਨਿਗਾਹ ਮਾਰਦਾ, ਦੇਖ ਮਣਾ ਹਮ ਅਵਗੁਣ ਭਰੇ ਏਕ ਗੁਣ ਨਾਹੀ। ਮਹਾਰਾਜ ਜੀ ਅਵਗੁਣਾਂ ਦੇ ਭਰੇ ਹਾਂ, ਇੱਕ ਵੀ ਗੁਣ ਨਹੀਂ ਹੈਗਾ। ਮਹਾਰਾਜ ਜੀ ਕਹਿੰਦੇ ਹਨ, ਉਹਨਾਂ ਚਿਰ ਤੈਨੂੰ ਕਾਲ ਪੁਰਖ ਵਾਹਿਗੁਰੂ ਨਜ਼ਰ ਨਹੀਂ ਆ ਸਕਦਾ। ਭਗਤੀ ਦੀਆਂ ਐਨਕਾਂ ਲਾ ਕੇ ਦੇਖ। ਮਹਾਰਾਜ ਜੀ ਕਹਿੰਦੇ ਹਨ, ਤੈਨੂੰ ਰੋਮ ਰੋਮ ਵਿੱਚ ਵਸਦਾ ਹੋਇਆ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੋ ਜਾਣਗੇ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆਉਂਦੇ, ਜਿੱਦਾਂ ਦਾ ਅਸੀਂ ਸੰਸਾਰ ਮੰਨਦੇ ਹਾਂ, ਤੁਸੀਂ ਕਹਿੰਦੇ ਹੋ ਐਸਾ ਨਹੀਂ ਹੈ। ਮਹਾਰਾਜ ਜੀ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰ ਰਾਜ ਅਬ ਚੱਲ ਅਟਲ, ਆਦ ਪੁਰਖ ਫਰਮਾਇਓ। ਮਹਾਰਾਜ ਜੀ ਕਲਯੁਗ ਵਿੱਚ ਭਾਰੀ ਪ੍ਰਤਾਪ ਦੇ ਸਹਿਤ ਤਖਤ ਤੇ ਸੱਜ ਬੈਠੇ ਹਨ। ਮਹਾਰਾਜ ਜੀ ਕਿਰਪਾ ਕਰਦੇ ਹਨ, ਜੋ ਸਤ ਸੰਗਤ ਵਿੱਚ ਲੈ ਆਉਂਦੇ ਹਨ। ਹਜੂਰ ਕਿਰਪਾ ਕਰਨ, ਕਿਰਪਾ ਹੀ ਕਰ ਦੇਣ ਕਿ ਸਾਡੇ ਹਿਰਦੇ ਵਿੱਚ ਹਜੂਰ ਦਾ ਉਪਦੇਸ਼ ਵਸ ਜਾਵੇ। ਇੱਕ ਸ਼ਬਦ ਦੀ ਸਾਧ ਸੰਗਤ ਜੀ ਧਨਾਸਰੀ ਰਾਗ ਵਿੱਚ ਹਜੂਰ ਨੇ ਕਿਰਪਾ ਕੀਤੀ ਹੈ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸਰਬੱਤ ਸੰਗਤਾਂ ਬਖਸ਼ਣ ਜੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ, ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹਜ਼ੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਪਾਵਨ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੀ ਸੀ। ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜੋ ਗੁਰਦੇਵ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ ਹੈ ਸਤਸੰਗ ਕਰਨ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਸ਼